ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਯੂਕੇ, ਯੂਰਪ ਅਤੇ ਬਾਕੀ ਦੇਸ਼ਾਂ ਦੇ ਵਿੱਚ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਵੱਲੋਂ ਸਥਾਪਿਤ ਕੀਤੇ ਗਏ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਲੋਟਸ ਟੀਵੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤਰਸੇਮ ਕੌਲ ਅੱਜ ਫਿਰ ਆਪ ਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਆਪ ਇਸ ਨੂੰ ਪਸੰਦ ਕਰੋਗੇ ਔਰ ਪਹਿਲੇ ਦੀ ਤਰ੍ਹਾਂ ਫੀਡਬੈਕ ਵੀ ਜ਼ਰੂਰ ਕਰੋਗੇ। ਇਹ ਜੋ ਲੋਟਸ ਟੀਵੀ ਹੈ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਚਾਰਾਂ ਨੂੰ ਲੈ ਕੇ ਹਮੇਸ਼ਾ ਆਪ ਦੇ ਲਈ ਪੇਸ਼ ਹੁੰਦਾ ਹੈ ਔਰ ਲੋਟਸ ਟੀਵੀ ਜੋ ਹੈ ਕਾਂਸ਼ੀ ਟੀਵੀ ਦੇ ਮਾਧਿਅਮ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਨੂੰ ਤੁਸੀਂ ਸਕਾਈ 772 ਤੇ ਦੇਖ ਸਕਦੇ ਹੋ। ਇਹਦੇ ਨਾਲ ਹੀ ਹੈ ਲੋਕਡਾਊਨ ਕਰਕੇ ਤੁਸੀਂ ਦੁਨੀਆ ਵਿੱਚ ਕਿਤੇ ਵੀ ਇਸ ਨੂੰ ਦੇਖ ਸਕਦੇ ਹੋ। ਤੋ ਅੱਜ ਦਾ ਜੋ ਪ੍ਰੋਗਰਾਮ ਹੈ, ਅੱਜ 4 ਦਸੰਬਰ ਹੈ। 4 ਦਸੰਬਰ ਸਾਡੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਹੈ, ਇੱਕ ਖਾਸ ਪ੍ਰੋਗਰਾਮ ਹੈ ਕਿਉਂਕਿ 4 ਦਸੰਬਰ ਪੂਜੇ ਭੰਤੇ ਮਾਂ ਸੰਬੂਨ ਸਿਧਿਆਨੋ ਜੀ ਦੇ ਬਰਥਡੇ ਹੈ, ਉਹਨਾਂ ਦਾ ਜਨਮ ਦਿਨ ਹੈ। ਉਹਨਾਂ ਨੂੰ ਕੋਟੀ ਕੋਟੀ ਨਮਨ ਅਤੇ ਆਪ ਸਭ ਨੂੰ ਬਹੁਤ 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 ਵਧਾਈ ਹੈ ਪੂਜੇ ਭੰਤੇ ਮਹਾਂ ਸੰਬੂਨ ਜੀ ਦੀ। ਅੱਜ ਦਾ ਵਿਸ਼ਾ ਵੀ ਜੋ ਹੈ ਉਸ ਅਸੀਂ ਅੱਜ ਡੈਡੀਕੇਟਡ ਅੱਜ ਦਾ ਪ੍ਰੋਗਰਾਮ ਹੈ ਡੈਡੀਕੇਟ ਪੂਜੇ ਭੰਤੇ ਜੀ ਨੂੰ ਅਸੀਂ ਕਰਾਂਗੇ। ਔਰ ਮੇਰੇ ਨਾਲ ਸਾਥ ਦੇਣ ਲਈ ਅੱਜ ਫਿਰ ਲੋਟਸ ਟੀਵੀ ਦੇ ਸਟੂਡੀਓ ਵਿੱਚ ਹਾਜ਼ਰ ਹੋਏ ਹਨ ਦੇਵਲਾਲ ਸੁਮਨ ਜੀ। ਦੇਵਲਾਲ ਸੁਮਨ ਜੀ, ਲੋਟਸ ਟੀਵੀ ਦੇ ਸਟੂਡੀਓ ਆਇਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਥੈਂਕ ਯੂ ਕੌਲ ਸਾਹਿਬ। ਨਮੋ ਬੁੱਧਾ, ਜੈ ਭੀਮ। ਮਹਾਕਾਰਨਿਕ ਤਥਾਗਤ ਭਗਵਾਨ ਬੁੱਧ ਜੀ ਨੂੰ ਕੋਟੀ ਕੋਟੀ ਨਮਨ। ਪਰਮ ਪੂਜਯ ਬੋਧੀ ਸਤਵ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟੀ ਕੋਟੀ ਪ੍ਰਣਾਮ। ਯੂਕੇ, ਯੂਰਪ ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ। ਜਿਸ ਤਰ੍ਹਾਂ ਕੌਲ ਸਾਹਿਬ ਤੁਸੀਂ ਦੱਸਿਆ ਹੈ ਕਿ ਅੱਜ ਮਹਾ ਸੰਬੂਨ ਜੀ ਮੋਸਟ ਵੈਨਰੇਬਲ ਬੰਤੇ ਮਹਾ ਸੰਬੂਨ ਜੀ ਦਾ ਜਨਮ ਦਿਨ ਹੈ, ਜਿਹੜਾ ਕਿ 4 ਦਸੰਬਰ 1925 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਕੋਟੀ ਕੋਟੀ ਪ੍ਰਣਾਮ ਮੋਸਟ ਵੈਨਰੇਬਲ ਬੰਤੇ ਮਹਾ ਸੰਬੂਨ ਜੀ ਨੂੰ। ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਸਤਿਜਨ ਪੁਰਸ਼ ਹੈ ਬਹੁਤ ਘੱਟ ਮਿਲਦੇ ਹਨ, ਮਤਲਬ ਬਹੁਤ ਦੁਰਲੱਭ ਹੁੰਦੇ ਨੇ। ਜੀ 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 ਜੀ। ਤਾਂ ਅੱਜ ਉਹਨਾਂ ਨੂੰ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹਾਂ। ਹਾਂਜੀ। ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੇ ਕੁਛ ਨਾ ਕੁਛ ਅਸੀਂ ਗੱਲਾਂ ਬਾਤਾਂ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਸ ਤੋਂ ਪਹਿਲਾਂ ਜੋ ਕਮੇਟੀ ਦੇ ਅਗਲੇ ਹਫਤੇ ਪ੍ਰੋਗਰਾਮ ਆ ਰਹੇ ਹਨ ਉਹਨਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ 6 ਦਸੰਬਰ ਪਰਮ ਪੂਜਯ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪਰਿਨਿਰਵਾਣ ਦਿਵਸ ਹੈ। ਬੁੱਧ ਵਿਹਾਰ ਦੇ ਵਿੱਚ ਸ਼ਾਮ ਨੂੰ ਟਿਊਜ਼ਡੇ ਵਾਲੇ ਦਿਨ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ ਔਰ ਫੁੱਲ ਪੇਂਟ ਕੀਤੇ ਜਾਣਗੇ। ਜਿਸ ਮੈਂਬਰ ਕੋਲ ਵੀ ਜਾਂ ਕਿਸੇ ਕੋਲ ਵੀ ਵਕਤ ਹੈ ਤਾਂ 6 ਦਸੰਬਰ ਨੂੰ ਟਿਊਜ਼ਡੇ ਵਾਲੇ ਦਿਨ 7 ਵਜੇ ਜ਼ਰੂਰ ਬੁੱਧ ਵਿਹਾਰ ਪਹੁੰਚੋ ਕਿ ਆਪਾਂ ਸਾਰੇ ਜਣੇ ਰਲ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇ ਦਈਏ। ਇਹਦੇ ਨਾਲ ਹੀ ਨਾਲ 8 ਦਸੰਬਰ ਨੂੰ ਥਰਸਡੇ ਵਾਲੇ ਦਿਨ ਫੁੱਲ ਮੂਨ ਡੇ ਹੈ। तो आप फुल मून डे भी 7 बजे बुद्ध विहार बच्चे मनाना है। तो आप सब नूं बेनती है कि तुसी 8 दसंबर नूं थर्सडे वाले दिन भी बुद्ध विहार पहुँचो। ये नाल ही नाल जो बड़ा प्रोग्राम आप अगले संडे 11 दसंबर नूं मना रहे हैं 12 तो ला के 4 बजे तक परम पूज्य बाबा साहब डॉक्टर अंबेडकर जी का परिनिर्वाण दिवस आप मना रहे हैं डॉक्टर अंबेडकर मैमोरीअल कमेटी वालों, जिस विच बहुत बुलारे पहुँच रहे हैं और नाल ही नाल प्रेम चमकीला जी अपना ते होर साथी बाबा साहब दे बारे सानू गीत और गाथा राही दसणगे। और नाल ही नाल जो ते भोजन का भी सेवा है साडे गुरदेव रत्तू अते फैमिली वालों कीता जा रहा है। आपनूं बेनती है कि तुसीं इस विच जरूर पहुँचो। ये अगले हफ्ते प्रोग्राम आ रहे हैं तो आपनूं बार बार बेनती है कि इस जरूर पहुँचो। तो अज का जो प्रोग्राम है वो शुरू करने तो पहला क्योंकि पिछले हफ्ते 26 नवंबर ਨੂੰ संविधान दिवस से वो संविधान दिवस बहुत ही खुशियां नाल बहुत थाई मनाया गया है। तो अज एक गीत
ਅਸੀਂ ਇੱਕ ਗਾਥਾ ਇੱਕ ਗੀਤ ਸੰਵਿਧਾਨ ਦੇ ਉੱਤੇ ਸੁਣਦੇ ਹਾਂ। ਸਾਰੀ ਵਰਲਡ ਦੇ ਵਿੱਚ ਮਨਾਇਆ ਗਿਆ, ਸਾਰੀ ਵਰਲਡ ਵਿੱਚ ਮਨਾਇਆ ਗਿਆ ਹੈ, ਜੋ ਸੋਹਣ ਲਾਲ ਰੱਤੂ ਜੀ ਦਾ ਲਿਖਿਆ ਹੋਇਆ ਗੀਤ ਹੈ। ਇੱਕ ਬਿਲਕੁਲ ਨਵਾਂ ਗੀਤ ਇਸੇ ਹਫ਼ਤੇ ਆਇਆ ਹੈ ਜੋ ਕਿ ਆਸੂ ਸਿੰਘ ਨੇ ਗਾਇਆ ਹੈ। ਇਹ ਸੰਵਿਧਾਨ ਦੇ ਪੰਨਿਆਂ ਨੂੰ ਤੂੰ ਖੋਲ ਕੇ ਤਾਂ ਦੇਖ, ਤੇਰੀ ਕੁੰਡਲੀ ਤੇਰੇ ਲੇਖ। ਇਹੋ ਜਿਹਾ ਕੁਛ ਹੈ। ਲਓ ਹੁਣ ਸੁਣੋ ਤੁਸੀਂ ਇੱਕ ਗੀਤ। ਹੱਕ ਮੰਗਿਆ ਨਹੀਂ ਮਿਲਦੇ, ਉੱਠ ਉੱਤੇ ਨੂੰ ਨਾ ਦੇਖ। ਮੰਗਿਆ ਨਹੀਂ ਮਿਲਦੇ, ਉੱਠ ਉੱਤੇ ਨੂੰ ਨਾ ਦੇਖ। ਭੀਮ ਲਿਖ ਕੇ ਛੱਡ ਗਿਆ ਤੇਰੇ ਕੁੰਡਲੀ ਤੇਰੇ ਲੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਮੇਰੇ ਹੋਸ਼ ਨੇ ਉੱਡ ਜਾਂਦੇ ਜਦ ਚਾਹਤ ਪਿੱਛੇ ਨੂੰ ਮਾਰਾਂ। ਇੱਕ ਰੋਟੀ ਦੇ ਬਦਲੇ ਕਰਨੇ ਸੀ ਪੈਂਦੇ ਕੰਮ ਹਜ਼ਾਰਾਂ। ਮੇਰੇ ਹੋਸ਼ ਨੇ ਉੱਡ ਜਾਂਦੇ ਜਦ ਚਾਹਤ ਪਿੱਛੇ ਨੂੰ ਮਾਰਾਂ। ਇੱਕ ਰੋਟੀ ਦੇ ਬਦਲੇ ਕਰਨੇ ਪੈਂਦੇ ਸੀ ਕੰਮ ਹਜ਼ਾਰਾਂ। ਹੁਣ ਸੁੱਤਿਆਂ ਸਰਨਾ ਨਹੀਂ ਅੱਖਾਂ ਖੋਲ ਕੇ ਤਾਂ ਦੇ। ਹੁਣ ਸੁੱਤਿਆਂ ਸਰਨਾ ਨਹੀਂ ਅੱਖਾਂ ਖੋਲ ਕੇ ਤਾਂ ਦੇ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਕਿਉਂ ਚੋਰੀ ਜਾਂਦਾ ਏ ਹੱਥਾਂ ਦੀਆਂ ਦੇਖ ਲਕੀਰਾਂ। ਉਹ ਮਿਹਨਤ ਤੇਰੀ ਤੇ ਗਿਣਤੀ ਕਰ ਗਏ ਨੇ ਵਿੱਚ ਅਮੀਰਾਂ। ਕਿਉਂ ਚੋਰੀ ਜਾਂਦਾ ਏ ਹੱਥਾਂ ਦੀਆਂ ਦੇਖ ਲਕੀਰਾਂ। ਉਹ ਮਿਹਨਤ ਤੇਰੀ ਤੇ ਗਿਣਤੀ ਕਰ ਗਏ ਨੇ ਵਿੱਚ ਅਮੀਰਾਂ। ਹੱਥ ਜੋੜ ਕੇ ਬੈਠਾ ਏ ਹੱਥ ਖੋਲ ਕੇ ਤਾਂ ਦੇ। ਹੱਥ ਜੋੜ ਕੇ ਬੈਠਾ ਏ ਹੱਥ ਖੋਲ ਕੇ ਤਾਂ ਦੇ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਫਲ ਨੇ ਪਿਛਲੇ ਕਰਮਾਂ ਦਾ, ਨਾ ਦੋਸ਼ ਦੇ ਭਗਵਾਨਾਂ ਨੂੰ। ਜਿੰਨਾ ਹਾਲਤ ਤੇਰੀ ਕੀਤੀ ਏ ਪਹਿਚਾਨੋ ਨਾ ਸ਼ੈਤਾਨਾਂ ਨੂੰ। ਇਹ ਫਲ ਨੇ ਪਿਛਲੇ ਕਰਮਾਂ ਦਾ, ਨਾ ਦੋਸ਼ ਦੇ ਭਗਵਾਨਾਂ ਨੂੰ। ਜਿੰਨਾ ਹਾਲਤ ਤੇਰੀ ਕੀਤੀ ਏ ਪਹਿਚਾਨੋ ਨਾ ਸ਼ੈਤਾਨਾਂ ਨੂੰ। ਜੋ ਮਾਲਕ ਬਣ ਬੈਠੇ ਨੇ ਪੱਤਰੀ ਢੋਲ ਕੇ ਤਾਂ ਦੇ। ਜੋ ਮਾਲਕ ਬਣ ਬੈਠੇ ਨੇ ਪੱਤਰੀ ਢੋਲ ਕੇ ਤਾਂ ਦੇ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇਖ। ਤੈਨੂੰ ਵਿਦਿਆ ਦੇ ਗਿਆ ਏ ਹਿੰਮਤ ਦਲੇਰੀ। ਦੇ ਕੇ ਸ਼ਰਨ ਵਧਾਂਦੀ ਰੱਖੂ ਪਹਿਚਾਨ ਬਣਾ ਗਿਆ ਤੇਰੀ। ਤੈਨੂੰ ਵਿਦਿਆ ਦੇ ਗਿਆ ਏ ਹਿੰਮਤ ਦਲੇਰੀ। ਦੇ ਕੇ ਸ਼ਰਨ ਵਧਾਂਦੀ ਰੱਖੂ ਪਹਿਚਾਨ ਬਣਾ ਗਿਆ ਤੇਰੀ। ਸਿਰ ਝੁਕ ਜੂ ਦੁਨੀਆ ਦਾ ਨਮੋ ਬੁੱਧਾ ਬੋਲ ਕੇ ਤਾਂ ਦੇ। ਝੁਕ
ਬੋਲ ਕੇ ਤਾਂ ਦੇ ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇ ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇ ਇਹ ਸੰਵਿਧਾਨ ਦੇ ਬੰਨਿਆਂ ਨੂੰ ਤੂੰ ਫੋਲ ਕੇ ਤਾਂ ਦੇ ਸੰਵਿਧਾਨ ਦੇ ਪੰਨਿਆਂ ਨੂੰ ਤੂੰ ਖੋਲ ਕੇ ਤੇ ਦੇਖ। ਸੋਹਣਾ ਰਤੂ ਜੀ ਦਾ ਲਿਖਿਆ ਗੀਤ ਆਸ਼ੂ ਸਿੰਘ ਦਾ ਗਾਇਆ ਹੋਇਆ ਤੁਸੀਂ ਸੁਣਿਆ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਪਸੰਦ ਕੀਤਾ ਹੋਊਗਾ। ਬਹੁਤ ਅੱਛਾ ਵੈਸੇ ਗੀਤ ਹੈ, ਵਿੱਚ ਕਾਫੀ ਉਹਦੇ ਵਿੱਚ ਇਸ਼ਾਰੇ ਪੂਰੀ ਜਾਂਦੇ। ਉਹਦੀ ਅਸਲੀਅਤ ਦੱਸੀ ਆ ਹਾਂਜੀ ਕਿ ਅਸਲੀ ਤਕਦੀਰਾਂ ਉੱਪਰ ਵਾਲਾ ਲਿਖਣ ਵਾਲਾ ਨਹੀਂ। ਨਹੀਂ, ਹਾਂ ਕੁੰਡਲੀ ਇਹ ਲੇਖ ਤੇ- ਤਕਦੀਰ ਜਿਹੜੀ ਉਹ ਸੰਵਿਧਾਨ ਦੇ ਵਿੱਚ ਸਾਰਾ ਹੋਣੀ ਕੁਝ ਹੈ। ਸਾਡੇ ਵਾਸਤੇ ਨਹੀਂ, ਸਾਰੇ ਭਾਰਤ ਵਾਸਤੇ ਵਾਸਤੇ ਉਹ ਲਿਖ ਹੈ ਗਏ ਆ ਕਿ ਕਿੱਦਾਂ ਭਾਰਤ ਨੂੰ ਬੁੱਧਮਈ ਬਣਾ ਸਕਦੇ ਬਣਾ ਆ ਸਕਦੇ ਜੇ ਹਾਂ। ਅਗਰ ਸੰਵਿਧਾਨ ਨੂੰ ਅਸੀਂ ਇੰਪਲੀਮੈਂਟ ਕਰ ਕਰਦੇ ਜੀ, ਅਗਰ ਤਾਂ। ਸੰਵਿਧਾਨ ਸਹੀ ਹੱਥਾਂ ਦੇ ਵਿੱਚ ਆਵੇ ਆਵੇ। ਤਾਂ ਉਹਨੂੰ ਇੰਪਲੀਮੈਂਟ ਕਰਨ ਵਾਲੇ ਸੱਚੇ ਮਨ ਵਾਲੇ ਲੋਕ ਜਿਹੜੇ ਆ ਹਾਂਜੀ। ਉਹ ਆਉਣ। ਜੀ। ਇਹ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਪਾਰਲੀਮੈਂਟ ਇੱਕ ਮੈਂ ਦੇਵਤਾਂ ਦਾ ਘਰ ਸਮਝਦਾ ਜੀ, ਸੀ, ਜੀ, ਜੀ। ਲੇਕਿਨ ਅੱਜ ਉਹਨਾਂ ਦੇ ਵਿੱਚ ਸ਼ੈਤਾਨ ਬੈਠੇ ਆ। ਸਹੀ ਗੱਲ ਹੈ, ਸਹੀ ਅਗਰ ਸ਼ੈਤਾਨ ਦੇ ਹੱਥ ਵਿੱਚ ਇਹ ਚੀਜ਼ ਆਈ ਆ ਤੇ ਉਹ ਇੰਪਲੀਮੈਂਟ ਨਹੀਂ ਕਰ ਰਹੇ। ਕਰ ਇਸ ਕਰਕੇ ਤਾਂ ਕਿਸੇ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਆ, ਜੀ। ਤੇਰੀ ਕਲਮ ਨੇ ਲਿਖੀ ਤਕਦੀਰ ਤੀਰ ਹਮਾਰੀ ਹੈ, हाँ इसलिए तो हम सब के दिलों में बसी ये तस्वीर। बाबा साहब डॉक्टर अम्बेडकर जी तस्वीर तस्वीर तुम्हारी तुम्हारी है। वाह। तेरी कलम उठी तलवार की तरह तरह, जैसे चमके कोई बिजली बिजली की की तरह तरह। वाह वाह। तूने कर दिया नामुमकिन को मुमकिन, सही गल है। लिखा भारत का का संविधान संविधान। रात दिन, वाह। फैला दी रोशनी सूरज की तरह। हाँ। तेरी कलम उठी तलवार की तरह जैसे चमके कोई बिजली की तरह। कोटि कोटि प्रणाम है बाबा साहब डॉक्टर अम्बेडकर जी ਨੂੰ। ਜਿਨ੍ਹਾਂ ਦੀ ਕਲਮ ਨੇ ਬੁੱਧਾ ਹੈ ਧੰਮਾ ਧੰਮਾ ਲਿਖਿਆ। ਲਿਖਿਆ। ਅੱਜ ਸਾਡੇ ਕੋਲ ਬੁੱਧਾ ਧੰਮਾ ਹੈ। ਧੰਮਾ ਸਾਡੇ ਕੋਲ ਪਿਆ ਹੈ। ਤੋ ਅੱਜ ਗੱਲਬਾਤ ਜਿਹੜੀ ਆਪਾਂ ਬੁੱਧਾ ਧੰਮਾ ਦੇ ਅਨੁਸਾਰ ਕਰਾਂਗੇ। ਜੀ। ਬੁੱਧਾ ਧੰਮਾ ਦੇ ਮਿਲਣ ਦੇ ਕਰਕੇ ਸਾਨੂੰ ਪਰਮ ਪੂਜਯ ਮਹਾਸੰਭੂਨ ਸਦਿਆਨੋ ਜੀ ਮਿਲੇ ਆ। ਤੋ ਅੱਜ ਅਸੀਂ ਮਹਾਸੰਭੂਨ ਸਦਿਆਨੋ ਜੀ ਬਾਰੇ ਕੁਝ ਥੋੜਾ ਜਿਹਾ ਗੱਲਬਾਤ ਕਰਾਂਗੇ। ਇਹਨਾਂ ਦੇ ਪਿਤਾ ਦਾ ਨਾਮ ਚੰਦ ਪ੍ਰਸਾਦ ਕੁੱਕ ਸੀ ਤੇ ਮਾਤਾ ਦਾ ਨਾਮ ਬਿਗ ਪ੍ਰਸਾਦ ਕੁੱਕ ਸੀ। ਜਨਮ ਉਹਨਾਂ ਦਾ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ 4 ਦਸੰਬਰ 1925 ਨੂੰ ਥਾਈਲੈਂਡ ਦੇ ਵਿੱਚ ਹੋਇਆ ਸੀ। ਔਰ ਉਹਨਾਂ ਕੋਲ ਜੋ ਪਾਸਪੋਰਟ ਵੀ ਸੀ ਉਹ ਰਾਇਲ ਪਾਸਪੋਰਟ ਸੀ। ਤੋ ਉਹ ਉਹਨਾਂ ਨੇ ਇੰਗਲੈਂਡ ਵਿੱਚ 1968 ਵਿੱਚ ਆਏ ਸੀ ਜੀ। ਜੀ ਜੀ। ਤੇ ਉਹਨਾਂ ਦੇ ਲੰਡਨ ਦੇ ਵਿੱਚ ਬੁੱਧ ਵਿਹਾਰ ਹੈ ਜਿੱਥੇ ਉਹ ਉਹਨਾਂ ਨੇ ਹੈੱਡ ਸੀ ਉੱਥੇ ਬੁੱਧ ਵਿਹਾਰ ਦੇ। ਤੋ 1983 ਦੇ ਵਿੱਚ ਵੋਲਹੈਂਪਟਨ ਦੇ ਵਿੱਚ ਆਏ ਔਰ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ। ਤੋ ਬਾਅਦ ਵਿੱਚ ਦੱਸਦੇ ਆ ਕਿ ਉਹਨਾਂ ਨੇ 35 ਸਾਲ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨਾਲ ਸੇਵਾਵਾਂ ਦਿੱਤੀਆਂ। ਉਹਨਾਂ ਬਾਰੇ ਵੀ ਆਪਾਂ ਵਿਚਾਰ ਕਰਦੇ ਹਾਂ। ਤੋ ਮੈਂ ਇਹੋ ਜਿਹੇ ਪੰਥਿਆਂ ਨੂੰ ਮੈਂ ਤਾਂ ਉਹਨਾਂ ਨੂੰ ਮਹਾਂਪੁਰਸ਼ ਸਮਝਦਾ ਹਾਂ ਜਿਨ੍ਹਾਂ ਨੇ ਜਨਮ ਉਹਨਾਂ ਦਾ ਦੇਖੋ ਥਾਈਲੈਂਡ 'ਚ ਹੋਇਆ, ਉਹਨਾਂ ਦੀ ਪਰਵਰਿਸ਼ ਉੱਥੇ ਹੋਈ, ਐਜੂਕੇਸ਼ਨ ਉੱਥੇ ਹੋਈ, ਲੇਕਿਨ ਆਪਣੇ ਜ਼ਿੰਦਗੀ ਦੇ 35 ਸਾਲ ਸਾਡੇ ਲਈ ਲਾਤੇ ਉਹਨਾਂ ਨੇ। ਇਸੇ ਕਰਕੇ ਉਹਨਾਂ ਦੇ ਮੈਂ ਤਾਂ ਇਹ ਕਹੂੰਗਾ ਉਹਨਾਂ ਦੀ ਕਰਮ ਭੂਮੀ ਜਿਹੜੀ ਆ ਹਾਂਜੀ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਵੂਲਹੈਂਪਟਨ ਦੇ ਵਿੱਚ ਹਾਂਜੀ। ਉਹਨਾਂ ਨੇ ਜੋ ਬੁੱਧਾ ਦਾ ਜੋ ਪ੍ਰਚਾਰ ਬੁੱਧਾ ਦੇ ਧੰਮ ਦਾ ਪ੍ਰਚਾਰ ਪ੍ਰਸਾਰ ਕੀਤਾ। ਹਾਂਜੀ। ਅੱਜ ਅਗਰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਹਾਂਜੀ, ਇਸ ਬੁਲੰਦੀਆਂ ਤੇ ਹੈ ਤਾਂ ਉਹਨਾਂ ਦੀ ਇਨਕੰਪਾਂ ਕਰਕੇ ਆ। ਇਨਕੰਪਾਂ ਕਰਕੇ ਉਹਨਾਂ ਨੇ ਬੱਚਿਆਂ ਦੀ ਤਰ੍ਹਾਂ ਸਾਨੂੰ ਬੁੱਧ ਧੰਮ ਸਿਖਾਇਆ। ਸਹੀ ਗੱਲ ਤੇ ਉਹਨਾਂ ਦੇ ਹੁੰਦਿਆਂ ਅੱਜ ਵੀ ਅਸੀਂ ਤਰੱਕੀ ਕੀਤੀ ਤੇ ਉਹਨਾਂ ਦੇ ਹੁੰਦਿਆਂ ਬੜੀ ਕਮੇਟੀ ਨੇ ਬੁਲੰਦੀਆਂ ਤੇ ਉੱਪਰ ਪਹੁੰਚੇ ਆ। ਜਿਹੜਾ ਵੀ ਪ੍ਰੋਜੈਕਟ ਸ਼ੁਰੂ ਕੀਤਾ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਉਹ ਕਾਮਯਾਬ ਹੋਇਆ। ਚਾਹੇ ਉਹ ਬੁੱਧ ਵਿਹਾਰ ਸੀ, ਚਾਹੇ ਉਹ ਕਮਿਊਨਿਟੀ ਸੈਂਟਰ ਸੀ, ਚਾਹੇ ਉਹ ਇੰਡੀਆ ਦੇ ਵਿੱਚ ਸੀ। ਬੜੇ ਆਪਾਂ ਮਤਲਬ ਲੀਡਰ ਸੱਦੇ, ਉਹ ਵੀ ਕਾਮਯਾਬ ਪ੍ਰੋਗਰਾਮ ਹੋਏ। ਮਾਨਵਰ ਕਾਂਸ਼ੀ ਰਾਮ ਜੀ ਆਏ, ਹਾਂਜੀ, ਫਿਰ ਆਪਣੇ ਭੈਣ ਜੀ ਮਾਇਆਵਤੀ ਆਏ, ਫਿਰ ਉਦੋਂ ਪਹਿਲਾਂ ਫਿਰ ਆਪਣੇ ਮਤਲਬ ਇਹ ਕਮੇਟੀ ਦੇ ਨਾਲ ਮਤਲਬ ਇੰਟਰਨੈਸ਼ਨਲੀ ਸੰਸਥਾਵਾਂ ਦੇ ਨਾਲ ਜੁੜੇ ਔਰ ਬੜੇ ਜਿਹੜੇ ਨੁਮਾਇੰਦੇ ਔਰ ਉਹ ਲੀਡਰ ਨੇਤਾ ਲੋਕ ਜਿਹੜੇ ਆ ਕਮੇਟੀ ਦੇ ਸੰਪਰਕ ਦੇ ਵਿੱਚ ਆਏ। ਇਹ ਸਾਰੀ ਜਿਹੜੀ ਇਹਦਾ ਜਿਹੜੀ ਅਨੁਕੰਪਾ ਸੀਗੀ ਉਹ ਸਾਡੇ ਮਹਾ
ਸੰਪੂਰਨ ਬੰਤੇ ਮੋਸਟ ਵੈਨੇਬਲ ਬੰਤੇ ਜੀ ਦੀ ਇਨਕੰਪਾ ਸੀ ਹਾਂਜੀ ਤੇ ਇਸ ਮੈਂ ਬਾਬਾ ਸਾਹਿਬ ਦਾ ਜਦੋਂ ਜਨਮਦਿਨ ਹੁੰਦਾ ਉਦੋਂ ਇੱਕ ਪ੍ਰਕਾਸ਼ ਹੁਸ਼ਿਆਰਪੁਰੀ ਜੀ ਇੱਕ ਸ਼ੇਰ ਬੋਲਿਆ ਕਰਦੇ ਸੀ ਜੀ, ਕਿ ਹਜ਼ਾरों साल नरगिस अपनी बेनूरी पे रोती है, हजारों साल नरगिस अपनी बेनूरी पे रोती है, ਬੜੀ ਮੁਸ਼ਕਲ ਤੇ ਹੁੰਦਾ ਹੈ ਚਮਨ ਮੇ ਦੀਦਾਰ ਪਤਾ। ਇਹੋ ਜਿਹੇ ਮਹਾਪੁਰਸ਼ ਕਿਤੇ ਕਿਤੇ ਪੈਦਾ ਹੁੰਦੇ ਇਹ ਬਿਲਕੁਲ ਜਿਹੜੀ ਗੱਲ ਜਿਹੜੀ ਆ ਉਹ ਸਾਡੇ ਮੋਸਟ ਵੈਨੇਬਲ ਬੰਤੇ ਮਹਾਸੰਭੂ ਜੀ ਦੇ ਵੀ ਉੱਤੇ ਟੁਕਦੀ ਆ ਜੀ। ਤਾਂ ਇਸੇ ਤਰ੍ਹਾਂ ਕਿਹਾ ਆ ਕਿ ਇਹ ਜਿਹੜੇ ਜਿੱਦਾਂ ਕਿ ਆਪਾਂ ਮਤਲਬ ਜਦੋਂ ਕੋਈ ਗਾਥਾ ਦਾ ਉਚਾਰਨ ਕਰਦੇ ਆ ਤੇ ਉਹ ਤਥਾਗਤ ਬੁੱਧ ਸਾਨੂੰ ਉਹ ਗਾਥਾ ਦੇ ਰਾਹੀਂ ਸਮਝਾਉਂਦੇ ਆ ਕਿ ਸਭ ਤੋਂ ਵੱਡਾ ਸੁੱਖ ਹੈ ਕਿ ਸੁਖੋ ਬੁੱਧਾ ਨੰਗ ਪਾਦੋ ਸੁਖ ਸਧੰਮ ਦੇਸਨਾ ਸੁਖ ਸੰਗਤ ਸਮੱਗੀ ਸਮਗਾਨੰ ਤਪੋ ਸੁਖੋ। ਹੈਪੀ ਇਜ਼ ਦਾ ਵਰਥ ਆਫ ਦਾ ਬੁੱਧਾ, ਹੈਪੀ ਇਜ਼ ਦਾ ਟੀਚਿੰਗ ਆਫ ਦਾ ਸੁਬਲਾਈਮ ਧੰਮਾ, ਹਿਜ਼ ਟੀਚਿੰਗ, ਹੈਪੀ ਇਜ਼ ਦਾ ਯੂਨਿਟੀ ਆਫ ਦਾ ਸੰਗਾ, happy is the discipline of the united ones। ਬੁੱਧਾ ਦਾ ਜਨਮ ਸੁਖਦਾਇਕ ਹੈ ਜੀ, ਸਧੰਮ ਦਾ ਉਪਦੇਸ਼ ਸੁਖਦਾਇਕ ਹੈ ਜੀ, ਸੰਘ ਦੀ ਏਕਤਾ ਸੁਖਦਾਇਕ ਹੈ, ਭਿੱਖੂ ਸੰਘ ਦਾ ਇਕਜੁੱਟ ਹੋ ਕੇ ਧੰਮ ਦਾ ਤਪ ਕਰਨਾ ਸੁਖਦਾਇਕ ਹੈ। ਤੇ ਇਹ ਜੋ ਤਪ ਹੈ ਤਾਂ ਇਹ ਮਹਾਪੰਤੇ ਮਹਾਸੰਭੂਨ ਜੀ ਨੇ 35 ਸਾਲ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਨਾਲ ਇਹ ਤਪ ਕੀਤਾ, ਧੰਮ ਦਾ ਤਪ ਕੀਤਾ। ਉਹ ਧੰਮ ਦੇ ਬੁੱਧ ਧੰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਨਾਂ ਨੇ 35 ਸਾਲ ਲਾਏ। ਅੱਜ ਇਹ ਜੋ ਧੰਮ ਹੈ ਇਹ ਸਾਰੀ ਦੁਨੀਆ ਦੇ ਵਿੱਚ ਇੱਕ ਯੂਨੀਵਰਸਲ ਲਾਈਟ ਬਣਿਆ ਹੋਇਆ ਹੈ। ਤਾਂ ਇਹਦੇ ਨਾਲ ਹੀ ਇੱਕ ਮੈਂ ਹੋਰ ਗਾਥਾ ਜਿਹੜੀ ਕਿ ਬਿਲਕੁਲ ਪੰਤੇ ਹੁਣਾਂ ਤੇ ਉੱਤੇ ਟੁਕਦੀ ਹੈ ਦੁਰਲਭੋ ਪੁਰਿਸਾ ਜਨੋ ਨਾਸੋ ਸਵੱਥ ਜਾਇਤੀ ਜਤ ਸੋ ਜਾਇਤੀ ਧੀਰੋ ਤੰਗ ਕੁਲੰਗ ਸੁਖ ਮੇਦਤੀ। ਕਿ ਇਹੋ ਜਿਹੇ ਜਿਹੜੇ ਸੱਜਣ ਪੁਰਸ਼, ਸੱਚੇ ਪੁਰਸ਼, ਸੰਤ ਪੁਰਸ਼ ਇਹ ਬਹੁਤ ਦੁਰਲਭ ਨੇ। ਉਹਨਾਂ ਦਾ ਜਨਮ ਹਰ ਜਗ੍ਹਾ ਨਹੀਂ ਹੁੰਦਾ, ਦੇ ਨਾਟ ਬੋਰਨ ਐਵਰੀਵੇਅਰ। ਤੇ ਜਿੱਥੇ ਵੀ ਉਹਨਾਂ ਦਾ ਜਨਮ ਹੁੰਦਾ, ਵੇਅਰ ਐਵਰ ਦੇ ਬੋਰਨ ਵਿਦ ਦਿਸ ਵਿਜ਼ਡਮ, ਤੇ ਕੁਲਾਂ ਦੀਆਂ ਕੁਲਾਂ ਜਿਹੜੀਆਂ ਆ ਉਹ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਆ ਉਹਨਾਂ ਦਾ ਸੁੱਖ ਮਾਣਦੀਆਂ ਹਨ। ਅੱਜ ਜੋ ਅਸੀਂ ਸੁੱਖ ਮਾਣ ਰਹੇ ਹਾਂ, ਅੱਜ ਜੋ ਅਸੀਂ ਕਮੇਟੀ ਤਰੱਕੀ ਕੀਤੀ ਹੈ, ਇਹਦਾ ਜਿਹੜਾ ਸਾਰੇ ਦਾ ਜਿਹੜਾ ਜਾਂਦਾ ਹੈ ਜਿਹੜਾ ਉਹਦਾ ਕ੍ਰੈਡਿਟ ਜਿਹੜਾ ਹੈ ਉਹ ਪੰਤੇ ਮਹਾਸੰਭੂਨ ਜੀ ਦੀ ਇਨਕੰਪਾ ਹੈ ਉਹਨਾਂ ਦੇ ਕਰਕੇ। ਤੇ ਅੱਜ ਅਸੀਂ ਸੁੱਖ ਮਾਣ ਰਹੇ ਹਾਂ ਤਥਾਗਤ ਬੁੱਧ ਦਾ ਜੀ, ਕਿ ਉਹਨਾਂ ਦਾ ਪੈਦਾ ਹੋਣਾ ਸੁਖਦਾਇਕ ਹੈ। ਅੱਜ ਕੁਲਾਂ ਦੀਆਂ ਕੁਲਾਂ ਅੱਜ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਵੀ ਸੁਖੀ ਬਣਾ ਰਹੀਆਂ ਹਨ ਤੇ ਦੂਸਰਿਆਂ ਦਾ ਜੀਵਨ ਵੀ ਸੁਖੀ ਬਣਾ ਰਹੀਆਂ ਹਨ। ਤੇ ਉਹਨਾਂ ਦੇ ਧੰਮ ਦਾ ਪ੍ਰਚਾਰ ਪ੍ਰਸਾਰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਜੋ ਹੈ ਉਹ ਕਰ ਰਹੀ ਹੈ। ਤੇ ਇਸੇ ਤਰ੍ਹਾਂ ਕੋਟੀ ਕੋਟੀ ਪ੍ਰਣਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਹੈ ਕਿ ਉਹਨਾਂ ਦੇ ਕੀਤੇ ਹੋਏ ਕੰਮ ਜੋ ਉਹਨਾਂ ਦਾ ਜਨਮ ਸੀ ਉਹ ਵੀ ਦੁਰਲਭ ਆ। ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਕਰਕੇ ਅੱਜ ਅਸੀਂ ਆਨੰਦ ਮਾਣ ਰਹੇ ਹਾਂ ਜੀ। ਅੱਜ ਅਸੀਂ ਬੜੇ ਬੜੇ ਕੋਠੀਆਂ ਦੇ ਮਾਲਕ, ਮਕਾਨਾਂ ਕੋਠੀਆਂ ਦੇ ਮਾਲਕ, ਜਿਨ੍ਹਾਂ ਦੇ ਇੱਕ ਮਰਲਾ ਜ਼ਮੀਨ ਨਹੀਂ ਨਾ ਲੱਗ ਸਕੇ, ਅੱਜ ਫਾਰਮ ਹਾਊਸਾਂ ਦੇ ਮਾਲਕ ਬਣ ਕੇ। ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਇੱਕ ਟਾਂਗੇ ਤੇ ਨਹੀਂ ਬੈਠਣ ਦਿੱਤਾ ਗਿਆ ਸੀ ਤੇ ਅੱਜ ਅਸੀਂ ਕਾਰਾਂ ਹੈਲੀਕਾਪਟਰਾਂ ਦੇ ਵਿੱਚ ਘੁੰਮਦੇ ਹਾਂ। ਤਾਂ ਇਹ ਸੱਚ ਪੁਰਸ਼ ਨੇ, ਇਹ ਸੰਤ ਪੁਰਸ਼ ਨੇ। ਤੇ ਫਿਰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਮੋਸਟ ਵੈਨੇਬਲ ਬੰਤੇ ਮਹਾਸੰਭੂਨ ਸਿਧਿਆਨੋ ਜੀ ਨੂੰ। ਉਹਨਾਂ ਦੀ ਇਨਕੰਪਾ ਦੇ ਨਾਲ ਅੱਜ ਅਸੀਂ ਜੋ ਵੀ ਤਰੱਕੀਆਂ ਕੀਤੀਆਂ ਹਨ ਉਹਨਾਂ ਦੀ ਇਨਕੰਪਾ ਸੀ। ਸਹੀ ਗੱਲ। ਅੱਛਾ, ਤੁਸੀਂ ਕਹਿੰਦੇ ਵੀ ਉਹਨਾਂ ਦੀ ਕਿਰਪਾ ਨਾਲ, ਉਹਨਾਂ ਦੀ ਆਸ਼ੀਰਵਾਦ ਨਾਲ ਅਸੀਂ ਵਧੇ ਹਾਂ। ਸੁਮਨ ਜੀ, ਪੰਤੇ ਜੀ ਬੁਲਹੰਪਟਨ ਵਿੱਚ ਕਦੋਂ ਤੇ ਕਿੱਦਾਂ ਆਏ, ਕਿੱਦਾਂ ਇਹਨਾਂ ਦਾ ਮੇਲ ਹੋਇਆ ਸਾਡੇ ਨਾਲ? ਮੈਂ ਇਹ ਥੋੜਾ ਜਿਹਾ ਤੁਸੀਂ ਸਾਨੂੰ ਬਿਲਕੁਲ, ਕਿਉਂਕਿ ਜਦੋਂ ਅਸੀਂ ਪੰਤੇ ਹੋਣਾ ਦੀ ਗੱਲ ਕਰਦੇ ਹਾਂ ਜੀ ਤਾਂ ਸਿਰਫ ਆਪਣੇ ਕੋਲ ਟੈਂਪਰੇਰੀ ਆਏ ਸੀਗੇ। 1983 ਦੇ ਵਿੱਚ ਪਹਿਲਾਂ ਵਿੰਬਲਡਨ ਸੀਗੇ, ਤਾਂ ਉਸ ਤੋਂ ਬਾਅਦ ਸਿਰਫ ਸਾਡੇ ਕੋਲ ਥੋੜੇ ਚਿਰ ਵਾਸਤੇ ਆਏ ਸੀ। ਤਾਂ ਲੇਕਿਨ
ਉਹ ਜਦੋਂ ਸਾਡੇ ਪਾਸ 1983 ਦੇ ਵਿੱਚ ਆਏ ਜੀ ਜੀ ਤਾਂ ਕਿਦਾਂ ਕਹਿ ਲਓ ਕਿ ਉਹ ਕਹਿੰਦੇ ਹੁੰਦੇ ਸੀਗੇ ਵੀ ਮੈਂ ਤਾਂ ਇਹ ਆ ਕਿ ਅਗਰ ਮੈਂ ਅਗਲਾ ਜਨਮ ਦੇ ਵਿੱਚ ਅਗਰ ਮੇਰਾ ਹੋਵੇ ਤਾਂ ਮੈਂ ਇੰਡੀਆ ਦੇ ਵਿੱਚ ਪੈਦਾ ਹੋਵਾਂ। ਤਾਂ ਉਹ ਸਾਡੇ ਹੀ ਹੋ ਕੇ ਰਹਿ ਗਏ। ਜੀ ਤਾਂ ਉਸ ਕਰਕੇ ਆਪਾਂ ਜਦੋਂ 83 ਦੇ ਵਿੱਚ ਆਏ ਉਸ ਤੋਂ ਬਾਅਦ ਵਿੰਬਲਡਨ ਜਿਹੜਾ ਬੁੱਧ ਵਿਹਾਰ ਆ ਹਾਂਜੀ ਹਾਂਜੀ ਤੇ ਧੰਮਾ ਦੀਪਾ ਮੇਰੇ ਖਿਆਲ ਬੁੱਧ ਹਾਂ ਤਾਂ ਹਾਂ ਤੇ ਨਾਂ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਫਿਰ ਭਾਂਤੇ ਜੀ ਵੀ ਕਹਿੰਦੇ ਕਿ ਵੀ ਇੱਥੇ ਜ਼ਿਆਦਾ ਜ਼ਰੂਰਤ ਹੈ, ਲੋੜ ਹੈ। ਤੇ ਇਸ ਕਰਕੇ ਭਾਂਤੇ ਜੀ 83 ਦੇ ਵਿੱਚ ਆਏ ਤਾਂ 35 ਸਾਲ ਕਮੇਟੀ ਦੇ ਨਾਲ ਉਹ ਰਹੇ। ਤਾਂ ਉਹਨਾਂ ਦੀ ਛਤਰ ਛਾਇਆ ਥੱਲੇ ਬੜੇ ਬੜੇ ਕਮੇਟੀ ਨੇ ਕੰਮ ਕੀਤੇ। ਸਹੀ ਗੱਲ ਹੈ, ਸਹੀ ਗੱਲ। ਛੋਟਾ ਜਿਹਾ ਮਕਾਨ ਜਿਹੜਾ ਸੀ ਆਪਣੇ ਕੋਲ ਪਹਿਲਾਂ ਹੁੰਦਾ ਸੀ 146 ਲੀ ਰੋਡ, ਉੱਥੋਂ ਸ਼ੁਰੂ ਹੋ ਕੇ ਤਾਂ ਫਿਰ ਆ ਦੇਖੋ ਅੱਜ ਅਸੀਂ ਇਸ ਵੱਡੀ ਇੱਕ ਮੋਨੈਸਟਰੀ ਦੇ ਵਿੱਚ ਬੈਠੇ ਆ। ਤਾਂ ਇਹਦਾ ਜਿਹੜਾ ਇਸ ਬੁੱਧ ਵਿਹਾਰ ਦਾ ਨੀਂਹ ਪੱਥਰ ਵੀ ਜਿਹੜਾ ਸੀਗਾ ਉਹ ਪੰਤੇ ਜੀ ਮਹਾਸੰਬੂਨ ਜੀ ਨੇ ਰੱਖਿਆ ਸੀ। ਤੇ 1991 ਦੇ ਵਿੱਚ 14 ਅਪ੍ਰੈਲ ਬਾਬਾ ਸਾਹਿਬ ਦੀ 100 ਸਾਲਾ ਸੈਂਟੀਨਰੀ ਮਨਾਉਂਦੇ ਹੋਏ ਅਸੀਂ ਬਾਬਾ ਸਾਹਿਬ ਨੂੰ ਇਹ ਅਰਪਿਤ ਕੀਤਾ ਸੀ। ਧੰਨਵਾਦ ਹੈ ਬਾਬਾ ਸਾਹਿਬ, ਤੁਸੀਂ ਨੇ ਸਾਡੇ ਵਾਸਤੇ, ਸਾਡੇ ਭਾਰਤ ਦੇ ਵਾਸਤੇ ਇੰਨਾ ਕੁਝ ਕੀਤਾ ਕਿ ਆ ਜਿਹੜਾ ਬੁੱਧ ਵਿਹਾਰ ਆ ਡਾਕਟਰ ਅੰਬੇਡਕਰ ਬੁੱਧ ਵਿਹਾਰ ਜਿਹੜਾ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਉਹ ਸਮਰਪਿਤ ਕੀਤਾ ਸੀ। ਤੇ ਫਿਰ ਆਪਣਾ ਕਮਿਊਨਿਟੀ ਸੈਂਟਰ ਬਾਅਦ ਦੇ ਵਿੱਚ ਕਮਿਊਨਿਟੀ ਸੈਂਟਰ ਜਿਹੜਾ ਵੀ ਕੰਮ ਅਸੀਂ ਲਿਆ ਤੇ ਪੰਤੇ ਜੀ ਉਹਨਾਂ ਦੀਆਂ ਆਪਣੀਆਂ ਵੈਸ ਵਿਸ਼ੇ ਸਾਨੂੰ ਦਿੱਤੀਆਂ। ਬੁੱਧਾ ਧੰਮਾ ਸੰਘਾ ਦੀ ਅਨੁਕੰਪਾ ਦੇ ਨਾਲ ਉਹ ਹਮੇਸ਼ਾ ਕਾਮਯਾਬ ਹੋਏ ਆ ਤੇ ਇਹ ਇੱਕ ਸੁੰਦਰ ਆਪਣੇ ਕੋਲ ਕਮਿਊਨਿਟੀ ਸੈਂਟਰ ਜਿਹੜਾ ਆ ਇਹ ਕੀਤਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੋਊਗਾ ਕਿ ਆਪਾਂ ਪੰਜਾਬ ਦੇ ਵਿੱਚ ਜਦੋਂ ਜਿਹੜਾ ਬੁੱਧਿਸਟ ਡਾਕਟਰ ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਪੰਜਾਬ ਦੇ ਵਿੱਚ ਮਾਲਪੁਰ ਰੋਡ ਸੂਣ ਵਿਖੇ ਸਥਾਪਿਤ ਹੈ ਤੇ ਉਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ, ਇੱਕ ਅਸੀਂ ਕਹਿ ਸਕਦੇ ਹਾਂ ਕਿ ਮਾਈਲਸਟੋਨ ਹੈ। ਤਾਂ ਉਹਦਾ ਜਿਹੜਾ ਪ੍ਰੋਜੈਕਟ ਸੀ ਉਹ ਵੀ ਪੰਤੇ ਮਹਾਸੰਬੂਨ ਜੀ ਦੇ ਕਰ ਕਮਲਾਂ ਦੇ ਨਾਲ ਉਹ ਰੱਖਿਆ ਗਿਆ ਸੀ। ਤਾਂ ਉਹਦਾ ਪਹਿਲਾ ਜਿਹੜਾ ਪ੍ਰੋਜੈਕਟ ਸੀਗਾ ਮਹਾਸੰਬੂਨ ਬੁੱਧਾ ਵਿਹਾਰਾ। ਤੇ ਅੱਜ ਇਹ ਕਲਪ ਬ੍ਰਿਕਸ਼ ਨੇ, ਸਹੀ ਗੱਲ ਹੈ, ਜਿਹੜੇ ਕਿ ਇਹਨਾਂ ਸੱਚੇ ਸੰਤ ਪੁਰਸ਼ਾਂ ਦੇ ਰਾਹੀਂ ਇਹਨਾਂ ਦਾ ਅਨੁਕੰਪਾ ਦੇ ਨਾਲ ਉਹਨਾਂ ਦੇ ਨਾਲ ਬਣਾਏ ਜਾਂਦੇ ਹਨ। ਇਹ ਪਤਾ ਨਹੀਂ ਅਸੀਂ ਚਲੇ ਜਾਣਾ, ਪੰਤੇ ਜੀ ਵੀ ਚਲ ਗਏ, ਲੇਕਿਨ ਉਹਨਾਂ ਦਾ ਨਾਂ ਜਿਹੜਾ ਆ, ਉਹਨਾਂ ਦਾ ਕੰਮ ਜਿਹੜਾ ਆ ਉਹ ਇਸ ਤਰ੍ਹਾਂ ਲੋਕ ਸੇਵਾ ਕਰਦੇ ਰਹਿਣਗੇ। ਤਾਂ ਉਹਨਾਂ ਦੀਆਂ ਸਾਨੂੰ ਇੰਨੀਆਂ ਸੇਵਾਵਾਂ ਆ। ਤਾਂ ਇਹ ਕਮਿਊਨਿਟੀ ਸੈਂਟਰ ਜਦੋਂ ਖੋਲਿਆ, ਹਾਂਜੀ, ਭੈਣ ਜੀ ਮਾਇਆਵਤੀ ਜੀ ਨੂੰ ਆਪਾਂ ਸੱਦਿਆ, ਉਹ ਪ੍ਰੋਗਰਾਮ ਦੇਖੋ, ਉਹਦੇ ਬਾਰੇ ਜਿੰਨੇ ਵੀ ਪ੍ਰੋਗਰਾਮ ਆਪਣੇ ਹੋਏ ਆ ਉਹ ਕਾਮਯਾਬ ਹੋਏ ਆ। ਆ ਜੋ ਲੋਟਸ ਟੀਵੀ ਹੈ ਇਹਦੇ ਉੱਪਰ ਵੀ ਉਹਨਾਂ ਦੀ ਮਿਹਰਬਾਨੀ ਹੈ। ਮੋਸਟ ਵੈਨੇਬਲ ਬੰਤੇ ਮਹਾਸੰਬੂਨ ਜੀ ਦੀ ਇਨਕੰਪਾ ਹੈ। ਉਹਨਾਂ ਨੇ ਇਸ ਨੂੰ ਇਹਦੀ ਓਪਨਿੰਗ ਜਿਹੜੀ ਹੈ ਉਹਨਾਂ ਨੇ ਕੀਤੀ ਸੀਗੀ ਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਇਸੇ ਤਰ੍ਹਾਂ ਮਤਲਬ ਅਸੀਂ ਅਪੀਲ ਕਰਦੇ ਹਾਂ, ਆਓ ਇਹ ਪੰਤੇ ਸੰਬੂਨ ਜੀ ਦੇ ਦੁਆਰਾ ਇਹ ਪ੍ਰੋਜੈਕਟ ਸਟਾਰਟ ਕੀਤੇ ਗਏ ਆ। ਇੱਥੇ ਆ ਕੇ ਆਪਾਂ ਬੁੱਧ ਧੰਮ ਸੰਘ ਦਾ ਪ੍ਰਚਾਰ ਦੇ ਵਾਸਤੇ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਰੇ ਰਲ ਕੇ ਜਿੰਨਾ ਹੈ ਆਪਣੇ ਕੋਲ ਜ਼ਿੰਦਗੀ ਹੈ ਆਪਾਂ ਕਰਦੇ ਰਹੀਏ। ਸਹੀ ਗੱਲ ਹੈ। ਦੇਖੋ ਸਾਡੇ ਬੱਚਿਆਂ ਦੀਆਂ ਸ਼ਾਦੀਆਂ ਪੰਤੇ ਜੀ ਨੇ ਕੀਤੀਆਂ। ਸਾਨੂੰ ਇਹ ਹੈ ਕਿ ਸੰਸਕਾਰ ਮਿਲੇ, ਹਾਂਜੀ, ਸੱਭਿਆਚਾਰ ਮਿਲਿਆ। ਉਹਨਾਂ ਨੇ ਨਾਂ ਪਹਿਲਾਂ ਲਿਖੇ, ਤੁਹਾਨੂੰ ਦੇ ਨਾਵਾਂ ਦੇ ਬੱਚਿਆਂ ਦੇ ਨਾਂ ਜਿਹੜੇ ਆ ਬੱਚਿਆਂ ਦੀ ਪਹਿਚਾਣ ਹੈ। ਅੱਜ ਬੱਚੇ ਸਾਡੇ ਉਹਨਾਂ ਨੂੰ ਯਾਦ ਕਰਦੇ ਆ। ਮੈਂ ਤੁਹਾਨੂੰ ਦੱਸਦਾ ਕਿ ਸਾਡੇ ਬੇਟਾ ਅਜੇ ਸੁਮਨ ਜਦੋਂ ਵੀ ਥਾਈਲੈਂਡ ਜਾਂਦਾ ਉਹ ਜਿਹੜਾ ਬੁੱਧ ਵਿਹਾਰ ਆ ਉਹਦੇ ਦਰਸ਼ਨ ਕਰਨ ਤੋਂ ਬਗੈਰ ਉਹ ਨਹੀਂ ਆਉਂਦੇ। ਤੇ ਜਦੋਂ ਉਹ ਗਏ ਸੀ ਤਾਂ ਇੱਕ ਵਾਰੀ ਪੰਤੇ ਜੀ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਦੇਖੋ ਉਹਨਾਂ ਦੇ ਵਿੱਚ ਕਿੰਨੀ ਕਰੁਣਾ ਸੀ, ਦਇਆ ਸੀ। ਉਹਨਾਂ ਨੂੰ ਉਹ ਲਿਫਾਫੇ ਦੇ ਵਿੱਚ ਦਾਣਾ ਦੇਣ ਲੱਗੇ ਤੇ ਉਹਨਾਂ ਨੂੰ ਕਹਿੰਦੇ, ਅਜੇ ਯੂ ਆਰ ਯੰਗ ਪਰਸਨ, you need the money more, I don't need money। ਪਰ ਕਦੇ ਕੋਈ ਲਾਲਚ ਨਹੀਂ ਸੀ। ਤੇ ਜਦੋਂ ਇੱਥੇ ਵੀ ਆਪਾਂ ਉਹਨਾਂ ਨੂੰ ਪੁੱਛਦੇ ਹੁੰਦੇ ਸੀ ਕਿ ਬੰਤੇ ਜੀ you open an account, ਬੰਤੇ ਜੀ always said
No, I don't need a camera. But sometimes you need money. He said, when I need money, I will ask. ask you ਇਹੋ ਜਿਹੇ ਮਤਲਬ ਮਹਾਪੁਰਸ਼ ਜਿਹੜੇ ਤੁਹਾਨੂੰ ਯਾਦ ਸੰਤ ਹੋਣਾ ਪੁਰਸ਼ ਵੀ ਸੀਗੇ। ਜੇ ਆਪਾਂ ਉਹਨਾਂ ਨੂੰ ਦਾਨ ਵੀ ਕਰਦੇ ਸੀ, ਜਾਂਦੇ ਜਾਂਦੇ ਡੋਨੇਸ਼ਨ ਬਾਕਸ ਡੋਨੇਸ਼ਨ ਬਾਕਸ ਪਾ ਦਿੰਦੇ ਸੀਗੇ। ਹਾਂ, ਤਾਂ ਹੀ ਵਾਸ ਦਾ ਸੀਨੀਅਰ ਮੌਂਕ ਇਨ ਦ ਯੂਰਪ, ਯੂਰਪ ਸੀ ਤੇ ਉਹਨਾਂ ਦੇ ਸੀਨੀਅਰ ਯੂਰਪ ਦੇ ਸੀਨੀਅਰ ਮੌਂਕ ਸੀਗੇ। ਸਹੀ ਗੱਲ ਤਾਂ ਸਹੀ ਗੱਲ ਤੇ ਜਿੰਨੇ ਵੀ ਬੁੱਧ ਵਿਹਾਰ ਹੈਗੇ ਆ ਜੀ। ਉਹ ਸਾਰੇ ਉਹਨਾਂ ਦੀ ਬਹੁਤ ਰਿਸਪੈਕਟ ਰਿਗਾਰਡ ਕਰਦੇ ਸੀਗੇ। ਹਾਂਜੀ ਹਾਂਜੀ। ਦੇਖੋ ਉਹਨਾਂ ਨੇ ਇਹ ਬੁੱਧ ਵਿਹਾਰ ਬਣਾਇਆ, ਯੂਨੀਵਰਸਿਟੀਆਂ ਦੇ ਸਟੂਡੈਂਟ ਆਉਂਦੇ ਆ ਇੱਥੇ, ਜੀ ਜੀ ਕਾਲਜਾਂ ਦੇ ਸਕੂਲਾਂ ਦੇ ਸਕੂਲਾਂ ਦੇ student ਆਉਂਦੇ ਤੇ ਆ। ਉਹਨਾਂ ਨੂੰ ਉਹ ਕਲਾਸਾਂ ਦੇ ਵਿੱਚ ਉਹਨਾਂ ਨੂੰ ਉਹ ਸਮਝਾਇਆ ਕਰਦੇ ਸਨ ਬੜੀ ਸਿੰਪਲ ਤਰੀਕੇ ਦੇ ਨਾਲ। ਆ ਜੋ ਮੈਂ ਵੀ ਜੋ ਗੱਲਬਾਤ ਕਰ ਰਿਹਾ ਮੈਂ ਭੰਤੇ ਮਹਾਸੰਬੂਨ ਜੀ ਕੋਲੋਂ ਜੀ। ਇਹ ਸਭ ਕੁਝ ਜਿਹੜਾ ਕਹਿ ਲੈਂਦੇ ਆ ਕਿ ਊੜਾ ਐੜਾ ਜਾਂ ABC ਹਾਂਜੀ। ਧੰਮ ਦੀ ਜੋ ਹੈ ਨਾ, ਹਾਂਜੀ, ਹਾਂਜੀ। ਭੰਤੇ ਹੁਣੀ ਬੜੇ ਪਿਆਰ ਦੇ ਨਾਲ ਜਦੋਂ ਕੋਈ ਗੱਲ ਕਰਦੇ ਨੇ ਉਹਨੇ ਸਮਝਾਉਣਾ ਹਾਂਜੀ ਕਿ ਸੁਮਨ ਇਟਸ not like that it's pronounced like that ਜੀ that's ਜੀ I learned from him ਜੀ। ਤੇ ਅੱਜ ਕੋਟੀ ਕੋਟੀ ਪ੍ਰਣਾਮ ਕਰਦੇ ਆ ਤੇ ਮੋਸਟ ਰਿਸਪੈਕਟੇਬਲ ਫਿਰ ਦੇਖੋ ਆਪਣੇ ਬੰਤੇ ਮਹਾਸਮੂਨ ਜੀ ਨੂੰ। ਸੁਮਨ ਜੀ, ਸਿਰਫ ਆਪਾਂ ਬੁਲਹੰਪਟਨ ਦੀ ਨਹੀਂ ਗੱਲ ਕਰਦੇ, ਜੋ ਇਹ ਬੁਲਹੰਪਟਨ ਵਿੱਚ ਜੋ ਸਭ ਤੋਂ ਪਹਿਲਾਂ ਬੁੱਧਾ ਵਿਹਾਰਾ ਬਣਿਆ, ਜੀ ਜੀ ਜਿਹਦੇ ਵਿੱਚ ਆ ਕੇ ਉਹਨਾਂ ਨੇ ਸੇਵਾ ਦਿੱਤੀ ਹੈ, ਇਸੇ ਬੁੱਧ ਵਿਹਾਰ ਦੇ ਵਿੱਚੋਂ ਦੂਸਰੀਆਂ ਕੰਟਰੀਆਂ ਜਿੱਦਾਂ ਮਹਾਪੰਤੇ ਮਹਾਲਾਓ ਜੀ ਬਿਲਕੁਲ ਬਿਲਕੁਲ ਹਾਂ ਇੱਥੇ ਆਏ ਸੀ। ਇਹ ਕਿਉਂ ਆਏ? ਮਹਾਸੰਭੂਨ ਜੀ ਸੀ। ਜੀ ਤਾਂ ਅੱਜ ਦੇਖੋ ਉਹਨਾਂ ਦੀਆਂ ਕਿੰਨੀਆਂ ਸੈਮਟਰੀਆਂ ਮੋਨਸਟਰੀਆਂ ਜਿਹੜੀਆਂ ਆ ਉਹਨਾਂ ਦੀਆਂ, ਤੇ ਉੱਥੇ ਵੀ ਵੈਨੇਬਲ ਬੰਤੇ ਮਹਾਸੰਭੂਨ ਜੀ ਦੀ ਇਨਕੰਪ ਆਇਆ ਕਿ ਉਹਨਾਂ ਦੇ ਕਾਰਨ। ਤੇ ਇੱਥੇ ਮੈਂ ਹੋਰ ਦੱਸਦਾ ਜਾਵਾਂ ਕਿ ਕੋਟੀ ਕੋਟੀ ਪ੍ਰਣਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ, ਜਿਨ੍ਹਾਂ ਦੇ ਮਾਧਿਅਮ ਤੋਂ ਸਾਨੂੰ ਇਹ ਧੰਮ ਮਿਲਿਆ। ਤੇ ਅੱਜ ਉਸ ਧੰਮ ਦੇ ਕਰਕੇ ਸਾਡੇ ਜਿਹੜੇ ਨਾਤੇ ਆ ਇੰਟਰਨੈਸ਼ਨਲ ਲੈਵਲ ਤੇ ਦੇਸ਼ਾਂ ਦੇ ਨਾਲ ਜੁੜੇ ਆ। ਤੇ ਭੰਤੇ ਜੀ ਜਦੋਂ ਆਪਾਂ ਥਾਈਲੈਂਡ ਜਾਂਦੇ ਸੀ, ਉੱਥੇ ਦੇ ਲੋਕ ਜਿਹੜੇ ਆ ਇੰਡੀਅਨ ਲੋਕਾਂ ਦੇ ਉਹ ਪੈਰਾਂ ਨੂੰ ਮਤਲਬ ਉਹ ਚਰਨ ਛੂਹਣ ਦੀ ਕਰਦੇ ਸੀ ਕਿ ਯੂ ਆਰ ਫਰਮ ਦੀ ਬੁੱਧਾ ਲੈਂਡ। ਇੰਨੀ ਰਿਸਪੈਕਟ ਸਾਨੂੰ ਮਿਲੀ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ। ਤੁਸੀਂ ਵੀ ਗਏ, ਮੈਂ ਵੀ ਫੈਮਿਲੀ ਲੈ ਕੇ ਗਿਆ, ਬੱਦਲ ਸਾਹਿਬ ਹੁਣੀ ਗਏ, ਰਤੂ ਹੁਣੀ ਗਏ, ਪ੍ਰਕਾਸ਼ ਜੱਖੂ ਹੁਣੀ ਗਏ, ਕਿੰਨੇ ਆਪਣੀਆਂ ਸਾਰੀਆਂ ਤਕਰੀਬਨ ਸਾਰੀਆਂ ਫੈਮਲੀਆਂ ਜਾ ਕੇ ਆਈਆਂ। ਕਿਹਦੇ ਕਰਕੇ? ਮੋਸਟ ਵੈਨੇਬਲ ਬੰਤੇ ਮਹਾਸੰਭੂਨ ਸਦਿਆਨੋ ਜੀ ਕਰਕੇ। ਕੋਟੀ ਪ੍ਰਣਾਮ। ਤੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਹੈ ਨਾ, ਅਸੀਂ ਮਤਲਬ ਜ਼ਿੰਦਗੀ ਭਰ ਅਸੀਂ ਤਾਂ ਕੀ ਸਾਡੇ ਬੱਚੇ ਨਹੀਂ ਭੁੱਲਣਗੇ। ਜਿੱਦਾਂ ਉਹ ਕਹਿੰਦੇ ਆ ਨਾ, ਜਿੱਦਾਂ ਇਹ ਜਿਹੜੀ ਆ ਮੈਂ ਗਾਥਾ ਜਿਹੜੀ ਆ, ਦੁਰਲਭੋ ਪੁਰਸਾ ਜਨੋ ਨਾ ਸੋ ਸਵਤ ਜਾਤੀ ਜਤ ਸੋ ਜਾਤੀ ਦੀਰੋ ਤੰਗ ਕੁਲੰਗ ਸੁਖ ਮੇਦਤੀ। ਸਾਡੀ ਜਨਰੇਸ਼ਨ ਟੂ ਜਨਰੇਸ਼ਨ ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਆ ਉਹਦਾ ਸੁੱਖ ਮਾਣਦੀਆਂ ਰਹਿਣਗੀਆਂ। ਇੱਕ ਕਲਪ ਬ੍ਰਿਕਸ਼ ਉਹ ਲਾ ਗਏ ਆ ਤੇ ਅਸੀਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਅੱਛਾ, ਆਪਣੇ ਸੁਮਨ ਜੀ, ਉਹਨਾਂ ਨੇ ਕੁਝ ਕਿਤਾਬਾਂ ਵੀ ਲਿਖੀਆਂ ਗਾਹਾਂ, ਉਹਨਾਂ ਨੂੰ ਪਤਾ ਸੀ ਵੀ ਸਰੀਰ ਇੱਕ ਦਿਨ ਚਲੇ ਜਾਣਾ। ਹਾਂਜੀ, ਉਹਨਾਂ ਬਾਰੇ ਕੁਝ ਦੱਸੋ ਤਾਂ ਕੁਝ। ਇਹ ਬਹੁਤ ਸੋਹਣਾ ਤੁਸੀਂ ਸਵਾਲ ਪੁੱਛਿਆ ਕਿ ਜਦੋਂ ਭੰਤੇ ਜੀ ਨੂੰ ਮੈਂ ਹਮੇਸ਼ਾ ਤੁਸੀਂ ਦੇਖਦੇ ਹੋਵੋਗੇ ਜੀ, ਦੇ ਵਿਲ ਆਲਵੇਜ਼ ਰੀਡਿੰਗ ਔਰ ਰਾਈਟਿੰਗ। ਸਹੀ ਗੱਲ ਸੀ, ਸਹੀ ਗੱਲ। ਕਦੇ ਵਿਹਲੇ ਨਹੀਂ ਬਹਿੰਦੇ ਸੀ ਜੀ। ਤੇ ਜਿਹੜਾ ਬੁੱਧ ਵਿਹਾਰ ਆ ਉਹਨੂੰ ਚੰਗੀ ਤਰ੍ਹਾਂ ਇਹਦੀ ਹਾਊਸਕੀਪਿੰਗ ਸਫਾਈ ਐਨ ਪੂਰੀ ਤਰ੍ਹਾਂ ਜਿਹੜਾ ਸ਼ਰਾਈਨ ਰੂਮ ਹੈ ਸਜਾਈ ਰੱਖਦੇ ਸੀ। ਮਤਲਬ ਇੰਨਾ ਉਹਨਾਂ ਦੇ ਵਿੱਚ ਲਗਨ ਸੀ ਜੀ। ਸਹੀ ਗੱਲ ਹੈ। ਤਾਂ ਉਹ ਜਿਹੜੀਆਂ ਕਿਤਾਬਾਂ ਦੀ ਤੁਸੀਂ ਗੱਲ ਕਰਦੇ ਹੋ, ਦੇਖੋ ਫ੍ਰੈਂਚ ਜਾਣਦੇ ਸੀ। ਫ੍ਰੈਂਚ ਜਾਣਦੇ। ਤਾਂ ਉਹਨਾਂ ਨੇ ਇੱਕ ਕਿਤਾਬ ਜਿਹੜੀ ਲਾ ਫਿਊਟੇ, ਉਹਦੀ ਟਰਾਂਸਲੇਸ਼ਨ ਫ੍ਰੈਂਚ ਸਟੋਰੀ ਤੋਂ ਕਰਕੇ ਉਹ ਜਿਹੜੀ ਟਰਾਂਸਲੇਸ਼ਨ ਸਟੋਰੀ ਦੀ ਆ ਉਹ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਪ੍ਰੈਸ ਹੈ ਉਹਦੇ ਵਿੱਚ ਉਹ ਛਪੀ ਸੀਗੀ। ਤਾਂ ਉਹਦੇ ਨਾਲ ਹੀ ਦੂਸਰੀ ਕਿਤਾਬ ਜਿਹੜੀ ਆ ਇਹ ਰੋਮਨਾਈਜੇਸ਼ਨ ਆਫ ਪਾਲੀ ਚਾਂਟਿੰਗ, ਉਹਨਾਂ ਨੇ ਉਹਦੀ ਟਰਾਂਸਲੇਸ਼ਨ ਕਰਕੇ ਤਾਂ ਉਹਦੀ ਟਰਾਂਸਲੇਸ਼ਨ ਕੀਤੀ ਸੀਗੀ। ਤਾਂ ਤੇ ਦੂਸਰੀ ਜਿਹੜੀ ਕਿਤਾਬ ਉਹਨਾਂ ਨੇ ਤੀਸਰੀ ਲਿਖੀ ਸੀ ਔਡਸ ਐਂਡ ਐਂਡਸ, ਉਹ ਪੜ੍ਹਨ ਵਾਲੀ ਆ ਕਿਤਾਬ। ਸਾਡੇ ਕਮੇਟੀ ਕੋਲ ਪਈਆਂ। ਦਰਸ਼ਕਾਂ ਨੂੰ ਬੇਨਤੀ ਆ ਕਿ ਅਗਰ ਤੁਹਾਨੂੰ ਕਿਤਾਬ ਚਾਹੀਦੀ ਆ ਤੇ ਸਾਡੇ ਕੋਲ ਬਹੁਤ ਵਾਸਟ ਲਾਇਬ੍ਰੇਰੀ ਆ ਤੇ ਤੁਸੀਂ ਇੱਥੇ ਆ ਕੇ ਤੇ ਉਹ ਕਿਤਾਬ ਲੈ ਸਕਦੇ ਆ। ਉਹਦੇ ਵਿੱਚ ਬੜਾ ਗਿਆਨ ਭਰਪੂਰ, ਗਿਆਨ ਦੇ ਨਾਲ ਭਰਪੂਰ ਹੈ। ਤੇ ਇਹ ਕਿਤਾਬ ਉਹਨਾਂ ਨੇ ਲਿਖੀ ਸੀਗੀ, 3 ਕਿਤਾਬਾਂ ਉਹ ਲਿਖ ਕੇ ਗਏ ਆ। ਹਾਂਜੀ ਹਾਂਜੀ। ਤੇ ਦੇਖੋ ਉਹਨਾਂ ਨੂੰ ਪਤਾ ਸੀ ਵੀ ਅਸੀਂ ਚਲੇ ਜਾਣਾ,
ਹਾਂਜੀ ਜੀ, ਜੀ। ਤਾਂ ਉਹ ਆਪਣੀ ਲਿਖਤ, ਜਿੱਦਾਂ ਬਾਬਾ ਸਾਹਿਬ ਵੀ ਸਾਨੂੰ ਲਿਖਤ ਛੱਡ ਗਏ ਆ, ਇਦਾਂ ਪੂਜੇ ਬੰਤੇ ਮਹਾਨ ਸੰਭੂ ਜੀ ਵੀ ਸਾਡੇ ਲਈ ਲਿਖਤ ਉਹਨਾਂ ਨੇ ਛੱਡ ਆਪਣਾ ਗਏ ਆ। ਮਿਸ਼ਨ ਜਿਹੜਾ ਜਿੱਦਾਂ ਬਾਬਾ ਸਾਹਿਬ ਨੇ ਕਲਮ ਬੰਦ ਕਰਕੇ ਐਨ ਲਿਖ ਗਏ ਆ, ਹਾਂਜੀ, ਸਾਨੂੰ ਮਤਲਬ 40 ਕਿਤਾਬਾਂ ਦੇ ਕੇ ਗਏ ਆ ਹਾਂਜੀ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ। ਤੇ ਸਿਆਣੇ ਹੋ ਗਏ ਸੀ, ਠੀਕ ਨਹੀਂ ਰਹਿੰਦੇ ਸੀ, ਤਾਂ ਉਹਨਾਂ ਦੀ ਲਾਸਟ ਜਰਨੀ ਜਿਹੜੀ ਸੀ ਉਹਨਾਂ ਬਾਰੇ ਜਰਾ ਸਾਨੂੰ ਦੱਸੋ ਜੀ। ਉਹ ਇਹ ਸੀਗਾ ਕਿ ਉਹ ਹਮੇਸ਼ਾ ਕਿਹਾ ਕਰਦੇ ਸੀ ਕਿ ਵੀ ਮੈਂ ਲਾਸਟ ਜਿਹੜੇ ਮੇਰੇ ਲਾਈਫ ਦੇ ਦਿਨ ਆ ਨਾ, ਜੀ। ਉਹ ਮੈਂ ਜਾ ਕੇ ਥਾਈਲੈਂਡ ਦੇ ਵਿੱਚ ਗੁਜ਼ਾਰਨੇ ਆ। ਜੀ। ਇੱਕ ਆ ਕਿਤਾਬ ਆਹ ਜਿੱਦਾਂ ਕਿਤਾਬ ਤੁਸੀਂ ਜੀ, ਕਿ ਹਾਂ। odds and ends ਹਾਂਜੀ ਬਹੁਤ ਹੀ ਬਿਊਟੀਫੁਲ ਕਿਤਾਬ ਹੈ, ਤੁਸੀਂ ਪੜ੍ਹ ਕੇ ਦੇਖਣ ਵਾਲੀ ਪਿਛਲਾ ਕਿਤਾਬ ਹੈ। ਪਾਸੇ ਵੀ ਲਿਖਾ ਤਾਂ ਇਹਦੇ ਵਿੱਚ ਪੰਤੇ ਹੁਣਾਂ ਦੇ ਸਾਰੇ ਫੋਟੋ ਦਿੱਤੀਆਂ ਗਈਆਂ ਹਨ। ਹਾਂਜੀ। ਅਗਰ ਕਿਸੇ ਵੀ ਮੈਂਬਰ ਨੂੰ ਚਾਹੀਦੀ ਹੈ ਤੇ ਉਹ ਕਮੇਟੀ ਤੋਂ ਲੈ ਸਕਦਾ ਹੈ। ਤੇ ਬਹੁਤ ਹੀ ਕਲੈਕਸ਼ਨ ਆਫ ਫ੍ਰੈਂਚ ਆਰਟੀਕਲ ਹੈ ਇਹਦੇ ਵਿੱਚ, ਇੰਗਲਿਸ਼ ਟ੍ਰਾਂਸਲੇਸ਼ਨ ਕੀਤੀ ਗਈ ਹੈ। ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ 8 ਦਸੰਬਰ ਨੂੰ 2019 ਨੂੰ ਅਸੀਂ ਇਹ ਛਪਾਈ ਸੀ ਉਹਨਾਂ ਦੀ ਯਾਦ ਦੇ ਵਿੱਚ। ਪੰਜਾਬ ਦੇ ਵਿੱਚ ਤਾਂ ਇਹਦੇ ਵਿੱਚ ਸੇਵਾਵਾਂ ਬਾਰੇ ਵੀ ਇਹ ਦੱਸਿਆ ਗਿਆ ਜੋ ਉਹਨਾਂ ਨੇ ਕਿ ਸੇਵਾਵਾਂ ਕੀਤੀਆਂ। ਜੇ ਕਿਸੇ ਨੂੰ ਲੋੜ ਹੋਵੇ ਤਾਂ ਜ਼ਰੂਰ ਤੁਸੀਂ ਕਮੇਟੀ ਨਾਲ ਸੰਪਰਕ ਕਰ ਸਕਦੇ ਹੋ, ਇਸ ਕਿਤਾਬ ਨੂੰ ਤੁਸੀਂ ਇਹ ਲੈ ਸਕਦੇ ਹੋ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਦੇਖੋ ਜੀ, ਮੈਂ ਗੱਲ ਕਰ ਰਿਹਾ ਸੀ ਵੀ ਜੀ ਲਾਸਟ ਜਰਨੀ ਜਿਹੜੀ ਸੀ ਇੰਗਲੈਂਡ ਦੀ। ਹਾਂ, ਤੇ ਹਾਂਜੀ। ਉਹਨਾਂ ਨੇ ਮਤਲਬ ਜਦੋਂ ਫਿਰ ਇੱਥੋਂ ਜਾ ਕੇ ਜੀ। ਉਹਨਾਂ ਨੇ ਫਿਰ ਥਾਈਲੈਂਡ ਚਲੇ ਗਏ ਸੀ। ਹਾਂਜੀ, ਹਾਂਜੀ। ਤੇ ਥਾਈਲੈਂਡ ਜਾ ਕੇ ਉਹਨੇ ਆਪਣਾ ਮਤਲਬ ਉੱਥੇ ਉਹ ਚਾਹੁੰਦੇ ਸੀਗੇ ਕਿ ਇੱਕ ਫੋਰੈਸਟ ਦੇ ਵਿੱਚ ਛੋਟੀ ਜਿਹੀ ਇੱਕ ਕੁਟੀਆ ਬਣਾ ਕੇ ਹਾਂ। ਉਹਨਾਂ ਦਾ ਜਿਹੜਾ ਨਿਰਵਾਣ ਆ ਜੀ। ਉਹ ਉੱਥੇ ਉਹਨੂੰ ਪ੍ਰਾਪਤ ਕਰਨ। ਹਾਂਜੀ। ਤਾਂ ਸਡਨਲੀ ਉਹਨਾਂ ਨੂੰ ਕੁਝ ਬਿਮਾਰ ਹੋਣ ਕਰਕੇ ਤਾਂ ਫਿਰ ਉਹ ਜਿਹੜੇ ਉੱਥੇ ਆਪਣੇ ਬੈਂਕਾਕ ਦੇ ਵਿੱਚ ਬੱਟਾਪਾਨ, ਹਾਂਜੀ ਹਾਂਜੀ ਉੱਥੇ ਜੋ ਬੁੱਧ ਵਿਹਾਰ ਹੈ ਉਹਦੇ ਵਿੱਚ ਉਹਨਾਂ ਨੇ ਫਿਰ ਲਾਸਟ ਜਿਹੜੀ ਆਪਣੀ ਉਹਨਾਂ ਦੇ ਜੀਵਨ ਦੇ ਦਿਨ ਸੀ ਉੱਥੇ ਗੁਜ਼ਾਰੇ। ਹਾਂਜੀ। ਤੇ ਜਦੋਂ ਉਹਨਾਂ ਦਾ ਜਿੱਦਾਂ 13 ਅਕਤੂਬਰ 2019 ਨੂੰ ਉਹਨਾਂ ਉਹ ਦਾ ਫਿਰ ਪਰਿਨਿਰਵਾਣ ਨੂੰ ਪ੍ਰਾਪਤ ਹੋਏ। ਤਾਂ ਉਹਨਾਂ ਦਾ ਜਿਹੜਾ ਫਿਊਨਰਲ ਸੀਗਾ, ਆਪਾਂ ਬਹੁਤ ਸਾਰੇ ਤੇ ਇੱਥੋਂ ਕਮੇਟੀ ਦਾ ਇੱਕ ਪੂਰਾ ਇੱਕ ਜਥਾ ਗਿਆ ਸੀ, ਹਾਂਜੀ ਮੈਂਬਰ ਗਏ ਸੀ ਜੀ, ਹਾਂਜੀ। ਉਹਨਾਂ ਨੂੰ ਲਾਸਟ ਰਿਸਪੈਕਟ ਪੇ ਕਰਨ ਵਾਸਤੇ। ਹਾਂਜੀ। ਤਾਂ ਉਹ ਉੱਥੇ ਫਿਰ ਉਹਨਾਂ ਦਾ ਜੋ ਫਿਊਨਰਲ ਸੀ ਜੀ। ਉਹ ਰਾਇਲ ਫੈਮਿਲੀ ਵੱਲੋਂ ਆਯੋਜਿਤ ਕੀਤਾ ਗਿਆ ਸੀ, ਕੀਤਾ ਗਿਆ। ਕਿਉਂਕਿ ਉਹ ਰਾਜੇ ਦਾ ਜਨਮ ਦਿਨ ਤੇ ਉੱਥੇ ਦਾ ਤੇ ਪੰਤੇ ਜੀ ਦੇ ਜਨਮ ਦਿਨ ਇੱਕ ਦਿਨ ਆਉਂਦੇ ਆ। ਆਉਂਦੇ ਆ। ਤਾਂ ਉਹ ਪੰਤੇ ਜੀ ਉਹਨਾਂ ਨੂੰ ਬੜਾ ਉਹ ਸਤਿਕਾਰ ਕਰਦੇ ਸੀਗੇ। ਜੀ ਜੀ ਤੇ ਤੋ ਬਹੁਤ ਬਹੁਤ ਧੰਨਵਾਦ ਜੀ ਸੁਮਨ ਜੀ। ਇਹ ਅਸੀਂ ਬਾਰ-ਬਾਰ ਨਮਨ ਕਰਦੇ ਹਾਂ ਪੂਜੇ ਬੰਤੇ ਜੀ ਦਾ। ਇਹੋ ਜਿਹੇ ਮਹਾਂਪੁਰਸ਼ ਮਿਲਣੇ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਲੱਕੀ ਆ ਜੀ। ਮੈਂ ਇਹ ਕਹੂੰਗਾ ਜਿਸ ਵੀ ਇਹੋ ਜਿਹੇ ਮਹਾਂਪੁਰਸ਼ ਜਿਨ੍ਹਾਂ ਨੂੰ ਮਿਲਦੇ ਆ ਉਹ ਲੋਕ ਲੱਕੀ ਆ। ਤੇ ਉਹ ਆਪਣੀ ਲਾਈਫ ਵੀ ਆਪਣੀ ਵੀ ਸਵਾਰ ਜਾਂਦੇ ਤੇ ਦੂਸਰਿਆਂ ਦੀ। ਹਾਂਜੀ ਬਿਲਕੁਲ। ਤੁਸੀਂ ਕੋਈ ਲਾਸਟ ਵਿੱਚ ਪੰਤ ਜੀ ਬਾਰੇ ਕੋਈ ਉਹਨਾਂ ਬਾਰੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸਾਡੇ ਲਈ ਕਰਕੇ ਗਏ ਆ, ਹਾਂਜੀ। ਉਹ ਦੇਖੋ ਜਦੋਂ ਲਾਸਟ ਟਾਈਮ ਆਪਣੇ ਇੱਥੇ ਆਪਣੀ ਕਠੀਨਾ ਸੀ, ਜੀ ਜੀ ਹਾਂਜੀ ਹਾਂਜੀ ਆਪਣੇ ਮੁਲਕ ਰਾਜ ਬੱਧਨ ਤੇ ਸੀਸ ਬੱਧਨ ਜੀ ਦੇ ਪਰਿਵਾਰ ਵੱਲੋਂ ਸੀ। ਜੀ 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 ਉਹਨਾਂ ਦੀ ਸਪੈਸ਼ਲ ਬੇਨਤੀ ਤੇ ਠੀਕ ਨਾ ਹੁੰਦੇ ਵੀ ਇੱਥੇ ਉਹ ਕਠੀਨਾ ਦਾ ਇੱਕ ਜਿਹੜਾ ਪ੍ਰੋਗਰਾਮ ਤੇ ਉਹ ਆਏ ਸੀਗੇ 15 ਚ ਸੀ ਤੇ ਮੇਰੇ ਖਿਆਲ ਹੋ ਸਕਦਾ ਕਿ ਨਹੀਂ 2 ਸਾਲ ਪਹਿਲਾਂ ਦੀ ਗੱਲ ਹੈ। ਇਹ 3 ਤੇ ਨਹੀਂ 18 ਦੀ ਗੱਲ ਹੈ। 18 ਦੀ ਗੱਲ ਹੈ। ਤੇ ਉਦੋਂ ਆਏ ਸੀ ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹਨਾਂ ਦੇ 90ਵੇਂ ਜਨਮ ਦਿਨ ਤੇ ਇੱਥੋਂ ਕਮੇਟੀ ਦੇ ਮੈਂਬਰ ਗਏ ਸੀ, ਹਰੀਪਾਲ ਭਾਟੀਆ ਸਾਹਿਬ, ਨਿਰਮਲਾ ਭਾਟੀਆ, ਸ਼ਾਦੀ ਲਾਲ ਸੱਲਣ, ਸੱਤਿਆ ਸੱਲਣ, ਬਖਸ਼ੋ ਸੁਮਨ ਤੇ ਨਾਲ ਦੀਸ਼ ਜੱਸਲ ਜੀ। ਤੇ ਮੈਂ ਇੰਡੀਆ ਤੋਂ ਪੰਤੇ ਧਾਮਾਨਾਗ ਜੀ ਦੇ ਨਾਲ ਆਇਆ ਸੀ ਤੇ ਉਹਨਾਂ ਦੇ 90ਵੇਂ ਜਨਮ ਦਿਨ ਤੇ ਅਸੀਂ ਉੱਥੇ ਗਏ ਸੀ। ਤਾਂ ਉੱਥੋਂ ਫਿਰ ਅਸੀਂ ਕਮੇਟੀ ਵੱਲੋਂ ਇੱਕ ਪੋਰਟਰੇਟ ਬਣਾ ਕੇ ਉਹਨਾਂ ਨੂੰ ਕਮੇਟੀ ਵੱਲੋਂ ਆਫਰ ਕੀਤਾ ਸੀਗਾ। ਤੇ ਇਹ ਉਹਨਾਂ ਦੇ ਨਾਲ ਜਿਹੜੇ ਆ ਇਹ ਲਾਸਟ ਜਦੋਂ ਅਸੀਂ ਉੱਥੇ ਗਏ ਤੇ ਇਹ ਉਹਨਾਂ ਦੇ ਨਾਲ ਅਸੀਂ ਮਿਲੇ ਆ। ਤੁਸੀਂ ਹਰੀਪਾਲ ਭਾਟੀਆ ਦੀ ਗੱਲ ਕੀਤੀ ਹੈ ਜੀ, ਸਾਡੇ ਕਮੇਟੀ ਦੇ ਬਹੁਤ ਹੀ ਮਾਨਯੋਗ ਸਾਥੀ ਹਰੀਪਾਲ ਭਾਟੀਆ ਜੀ ਉਹਨਾਂ ਦੀ ਵੀ ਤੀਸਰੀ ਬਰਸੀ ਸੀ ਕੱਲ। ਅਸੀਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਲੋਟਸ ਟੀਵੀ ਅਸੀਂ ਉਹਨਾਂ ਨੂੰ ਵੀ ਇਹ ਸ਼ਰਧਾਂਜਲੀ ਅਰਪਣ ਕਰਦੇ ਹਾਂ ਤੇ ਉਹਨਾਂ ਨੂੰ ਵੀ ਯਾਦ ਕਰਦੇ ਹਾਂ, ਉਹਨਾਂ ਨੂੰ ਵੀ ਇਹ ਫੁੱਲ ਪੇਂਟ ਕਰਦੇ ਹਾਂ। ਉਹਨਾਂ ਦਾ ਵੀ ਬਹੁਤ ਯੋਗਦਾਨ ਹੈ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ। ਮੈਂ ਹਮੇਸ਼ਾ ਕਿਹਾ ਕਰਦਾ ਕਿ ਮੈਂ ਕੋਟੀ ਕੋਟੀ ਪ੍ਰਣਾਮ ਕਰਦਾ ਸਾਰੇ ਜਿਹੜੇ
ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਕਮੇਟੀ ਨੂੰ ਸ਼ੁਰੂ ਕੀਤਾ, ਜੀ ਉਹ ਜੋ ਮੇਰੇ ਤੋਂ ਪਹਿਲਾਂ ਮੈਂ ਜੁੜਨ ਤੋਂ ਪਹਿਲਾਂ ਕਮੇਟੀ ਦੇ ਨਾਲ ਸੀਗੇ, ਤਾਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਕਿ ਅਗਰ ਇਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨਾ ਹੁੰਦੀ ਤਾਂ ਸ਼ਾਇਦ ਮੈਂ ਪਤਾ ਨਹੀਂ ਕਿੱਥੇ ਭਟਕਦਾ ਹੋਣਾ ਸੀ। ਤਾਂ ਮੈਨੂੰ ਇਹ ਸੱਚੇ ਸੰਤ ਪੁਰਸ਼ਾਂ ਦੀ ਕੰਪਨੀ ਮਿਲੀ, ਪੰਥਿਆਂ ਦੀ ਕੰਪਨੀ ਮਿਲੀ, ਤੇ ਅੱਜ ਅਸੀਂ ਮਤਲਬ ਸੁੱਖ ਦਾ ਜੀਵਨ ਜੀ ਰਹੇ ਹਾਂ। ਤੇ ਮੈਂ ਵੀ ਆਪਣੇ ਪਰਿਵਾਰ ਵੱਲੋਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਲੇਟ ਹਰੀਪਾਲ ਭਾਟੀਆ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ with the blessing of Lord Buddha Dhamma Sangha may he lead on to the path to the nirvana by the power of his kushal kamma। ਤੇ ਉਹਨਾਂ ਨੂੰ ਕੋਟੀ ਕੋਟੀ ਅਸੀਂ ਪ੍ਰਣਾਮ ਕਰਦੇ ਹੋਏ ਹਰੀਪਾਲ ਭਾਟੀਆ ਜੀ ਬਾਰੇ ਬੜੇ ਮੈਂ ਗੱਲ ਕਹਿਣਾ ਚਾਹੁੰਦਾ, ਜਿਹੜਾ ਆਪਾਂ ਧੰਮਾ ਟੂਰ ਕੀਤਾ ਸੀ ਜੀ ਉਹ ਉਹਨਾਂ ਨੇ ਬੜਾ ਇੰਜੋਏ ਕੀਤਾ। ਹਾਂਜੀ, ਤੇ ਉਹਦੇ ਵਿੱਚ ਜਦੋਂ ਆਪਾਂ 2016 ਦੇ ਵਿੱਚ ਜਿਹੜਾ ਡਾਕਟਰ ਅੰਬੇਡਕਰ ਮੈਮੋਰੀਅਲ ਸਕੂਲ ਜਿਹੜਾ ਆ ਆਪਾਂ ਕਰਨਾਟਕਾ ਦੇ ਹਥਿਆਲ ਦੇ ਵਿੱਚ ਬਹੁਤ ਹੀ ਰਿਮੋਟ ਏਰੀਆ ਦੇ ਵਿੱਚ, ਤੇ ਉਹ ਆਪਾਂ ਖੋਲ੍ਹਣ ਗਏ ਸੀ, ਤੇ ਉਹ ਹਰੀਪਾਲ ਭਾਟੀਆ ਜੀ ਸਾਡੇ ਨਾਲ ਸੀ। ਤਾਂ ਉਹ ਜਿਹੜਾ ਧੰਮਾ ਟੂਰ ਰਿਹਾ ਸੀ ਉਹ ਤੇ ਵੈਸੇ ਉਹਨਾਂ ਦੀ ਸੰਤੁਸ਼ਟੀ ਹੋ ਗਈ ਸੀ। ਉੱਥੇ ਉਹਨਾਂ ਨੇ ਕਿਹਾ ਸੀ ਵੀ ਸੁਮਨ ਸਾਹਿਬ ਵੀ ਹੁਣ ਮੈਂ ਬੇਸ਼ੱਕ ਕੱਲ ਨੂੰ ਮੇਰਾ ਮਤਲਬ ਦੇਹ ਅੰਤ ਹੋ ਜਾਵੇ, ਮੈਨੂੰ ਮਤਲਬ ਆਪਣੇ ਜੀਵਨ ਦਾ ਜੋ ਜਿਹੜਾ ਸੁੱਖ ਹੈ ਮੈਂ ਅੱਜ ਆ ਧੰਮਾ ਟੂਰ ਦੇ ਵਿੱਚ ਮੇਰਾ ਪੂਰਾ ਹੋ ਗਿਆ। ਕਿੱਥੇ ਪਹਿਲਾਂ ਆਪਾਂ ਬਨਾਰਸ ਗਏ ਸੀਗੇ, ਤੇ ਉਸ ਬਨਾਰਸ ਗਏ ਆ, ਫਿਰ ਆਪਾਂ ਸਾਰਨਾਥ ਬਨਾਰਸ ਬੁੱਧ ਗਿਆ, ਤੇ ਫਿਰ ਲੁੰਬਣੀ ਕੁਸ਼ੀਨਾਰਾ ਚਾਰੇ ਵੱਡੇ ਧਾਮ ਜਿਹੜੇ ਸੀ, ਤੇ ਇਹ ਵੱਡੇ ਵੱਡੇ ਜਿਹੜੇ ਧਾਮ ਸੀਗੇ ਉੱਥੇ ਗਏ ਆ। ਫਿਰ ਆਪਾਂ ਸ਼ਰਾਵਸਤੀ ਗਏ ਆ, ਸ਼ਰਾਵਸਤੀ ਜਾ ਕੇ ਫਿਰ ਲਖਨਊ ਜਿਹੜਾ ਡਾਕਟਰ ਅੰਬੇਡਕਰ ਪਾਰਕ ਜਿਹੜਾ ਇਹ ਕਾਂਚੀ ਰਾਮ ਦੇ ਦਾ ਜਿਹੜਾ ਉਹ ਸਮਾਰਕ ਆ ਉਹ ਉੱਥੇ ਗਏ ਆ। ਤੇ ਨਾਲ ਹੀ ਨਾਲ ਆਪਾਂ ਫਿਰ ਨਾਗਪੁਰ ਦੀ ਪਵਿੱਤਰ ਧਰਤੀ ਉੱਥੇ ਗਏ ਆ। ਹਾਂਜੀ, ਤੇ ਨਾਗਲੋਕਾ ਉੱਥੇ ਉਹਨਾਂ ਦੀ ਫੋਟੋ ਬਹੁਤ ਸੋਹਣੀ ਹੈ ਨਾਗਲੋਕ ਦੇ ਵਿੱਚ। ਫਿਰ ਗੁਲਬਰਗਾ ਵੀ ਗੁਲਬਰਗਾ ਜਿਹੜਾ ਬਹੁਤ ਵੱਡੀ ਮੋਨੈਸਟਰੀ ਆ, ਉੱਥੇ ਗਏ ਸੀ ਤੇ ਬੜੇ ਖੁਸ਼ ਹੋਏ ਸੀ ਕਿ ਉਹ ਥੋੜਾ ਥੋੜਾ ਬੋਲਣ ਵੀ ਲੱਗ ਪਏ ਸੀਗੇ। ਉਹ ਇਹ ਹੁੰਦਾ ਕਿ ਜਦੋਂ ਕੀ ਕਹਿੰਦੇ ਹੁੰਦੇ ਕਿ ਜਦੋਂ ਤੁਸੀਂ ਚੰਗਿਆਂ ਦੀ ਸੰਗਤ ਕਰਦੇ ਆ ਨਾ ਜੀ ਤਾਂ ਉਦੋਂ ਆਟੋਮੈਟਿਕ ਤੁਹਾਡੇ ਵਿਚਾਰ ਬਦਲਦੇ ਆ, ਉਹ ਤੁਹਾਡੇ ਮਨ ਨੂੰ ਸਕੂਨ ਮਿਲਦਾ ਆ। ਜਿਸ ਤਰ੍ਹਾਂ ਅੱਜ ਭੰਤੇ ਜੀ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਆ, ਅੱਜ ਜੋ ਵੀ ਕੁਝ ਸਾਡੇ ਮਾਈਂਡ ਦੇ ਵਿੱਚ ਜੋ ਇੰਪਰੂਵਮੈਂਟ ਆਈ ਆ, ਜੋ ਸਾਡੇ ਜੀਵਨ ਦੇ ਵਿੱਚ ਇੰਪਰੂਵਮੈਂਟ ਆਈ ਆ, ਇਹ ਜਿਹੜੇ ਸੰਤ ਪੁਰਸ਼ ਹੁੰਦੇ ਆ, ਸੱਚੇ ਪੁਰਸ਼ ਹੁੰਦੇ ਆ, ਤੇ ਉਹਨਾਂ ਦੀ ਬਦੌਲਤ ਇਹ ਸਾਨੂੰ ਮਤਲਬ ਇਹ ਸੁੱਖ ਮਿਲਦੇ ਆ। ਜੀ ਆਪਾਂ ਸੰਤ ਪੁਰਸ਼ ਦੀ ਗੱਲ ਕਰਦੇ ਆ, 28 ਨਵੰਬਰ ਨੂੰ ਮਹਾਤਮਾ ਫੂਲੇ ਜੋਤੀਰਾਓ ਫੂਲੇ ਜੀ ਦਾ ਵੀ ਪਰਿਨਿਰਵਾਣ ਦਿਵਸ ਸੀ ਜੀ। ਅਸੀਂ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕਰਦੇ ਆ, ਕੋਟੀ ਕੋਟੀ ਪ੍ਰਣਾਮ ਕਰਦੇ ਆ। ਤੇ ਜਿਸ ਮੌਕੇ ਤੇ ਇਹਨਾਂ ਨੇ ਲੜਾਈ ਲੜੀ ਆ, ਮੈਂ ਚਾਹੁੰਦਾ ਅਗਰ ਅਸੀਂ ਦੇਖਿਆ ਜਾਵੇ ਤਾਂ ਤਥਾਗਤ ਭਗਵਾਨ ਬੁੱਧ ਤੋਂ ਬਾਅਦ ਜੀ ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਤੇ ਉਸ ਤੋਂ ਬਾਅਦ ਜਿਹੜਾ ਮਿਸ਼ਨ ਹੈ ਨਾ ਇਹ ਜਿਹੜਾ ਉਹ ਰੁਕਿਆ ਨਹੀਂ। ਤੇ ਉਹ ਜਿਹੜੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਜਿਹੜਾ ਇਹ ਜਿਹੜੇ ਮਹਾਤਮਾ ਫੂਲੇ ਜੀ ਸੀ, ਦਾਦਾ ਮਹਾਤਮਾ ਫੂਲੇ ਜੀ, ਉਹਨਾਂ ਨੂੰ ਸਮਾਜ ਸੁਧਾਰਕ ਦੇ ਪਿਤਾਮਾ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਦੁਬਾਰਾ ਫਿਰ ਉਹ ਜਿਹੜੀ ਲੜੀ ਸੀਗੀ ਉਹਨੂੰ ਫਿਰ ਦੁਬਾਰਾ ਉਹਨੂੰ ਪਕੜਿਆ, ਤੇ ਉਹ ਵਿਦਿਆ ਜਿਹਦਾ ਤਥਾਗਤ ਭਗਵਾਨ ਬੁੱਧ ਕਹਿੰਦੇ ਆ ਅਵਿਦਿਆ ਪਚਾਇਆ ਸੰਖਾਰਾ। ਇਹ ਦੁੱਖ ਦੁਨੀਆ ਦੇ ਵਿੱਚ ਕਿਉਂ ਆ? ਕਿਉਂਕਿ ਅਵਿਦਿਆ ਕਰਕੇ ਆ। ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਕਹਿੰਦੇ ਆ ਮਾਧੋ ਅਵਿਦਿਆ ਹਿਤ ਕੀਨ ਦੀਪ ਮਾਧੋ ਅਵਿਦਿਆ ਹਿਤ ਕੀਨ ਦੀਪ ਮਲੀਨ, ਵਿਵੇਕ ਦੀਪ ਮਲੀਨ। ਤੇ ਜਿਹੜਾ ਬੁੱਧ ਵਿਵੇਕ ਦਾ ਜਿਹੜਾ ਦੀਪ ਆ ਉਹ ਅਵਿਦਿਆ ਕਰਕੇ ਮਲੀਨ ਹੋ ਗਿਆ, ਇਸ ਕਰਕੇ ਅਸੀਂ ਦੁੱਖਾਂ ਦੇ ਵਿੱਚ ਆ ਗਏ, ਗੁਲਾਮ ਹੋ ਗਏ, ਸਾਡਾ ਸਭ ਕੁਝ ਗਿਆ। ਤੇ ਇਸੇ ਤਰ੍ਹਾਂ ਜਿਹੜੇ ਸਾਡੇ ਦਾਦਾ ਮਹਾਤਮਾ ਜੋਤੀਰਾਓ ਫੂਲੇ ਜੀ ਆ, ਉਹਨਾਂ ਨੇ ਮਿਸ਼ਨ ਦਿੱਤਾ। ਉਹਨਾਂ ਨੇ ਦੇਖਿਆ ਕਿ ਵੀ ਇਹ ਲੋਕ ਜਿਹੜੇ ਆ ਇਹਨਾਂ ਦੇ ਅੰਦਰ ਅਗਰ ਵਿਦਿਆ ਭਰ ਦਿੱਤੀ ਜਾਵੇ ਤਾਂ ਇਹ ਰਿਵੋਲਟ ਕਰ ਦੇਣਗੇ। ਇਸੇ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਸੀ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ। ਤਾਂ ਉਹ ਵਿਦਿਆ ਜਿਹੜੀ ਆ ਅਸੀਂ ਉਹ ਜਿਹੜੀ ਉਹਨਾਂ ਨੇ ਫਿਰ ਵਿਦਿਆ ਦੇ ਨਾਂ ਕਿਹਾ ਕਿ ਵਿਦਿਆ ਗਈ ਤਾਂ ਬੁੱਧੀ ਗਈ, ਬੁੱਧੀ ਗਈ ਤਾਂ ਗਤੀ ਗਈ, ਗਤੀ ਗਈ ਤਾਂ ਨੀਤੀ ਗਈ, ਨੀਤੀ ਗਈ ਤਾਂ ਧਨ ਗਿਆ,
ਤੇ ਧਨ ਧਰਮ ਗਿਆ ਗਿਆ ਤੇ ਅਮਾਨ ਧਰਮ ਗਿਆ। ਗਿਆ, ਹਾਂਜੀ, ਸਭ ਕੁਛ ਵਿਦ- ਹੀ lost। ਵਿਦਿਆ ਦੇ ਨਾ ਹੋਣ ਕਰਕੇ ਕਰਕੇ। ਉਹਨਾਂ ਨੇ ਸੱਤਿਆ ਸੋਧਕ ਸਮਾਜ ਸਮਾਜ ਤਿਆਰ ਕਰਕੇ ਤਾਂ ਉਹਨਾਂ ਨੇ ਸਮਾਜ ਸੁਧਾਰ ਇੰਨੇ ਕੀਤੇ, ਜੀ। ਜਿਹੜੀਆਂ ਮਤਲਬ ਵਿਧਵਾਵਾਂ ਦੇ ਵਿਆਹ ਜਿਹੜੇ ਸੀਗੇ ਉਹਨਾਂ ਨੂੰ ਸ਼ੁਰੂ ਕੀਤਾ। ਸ਼ੁਰੂ ਕੀਤਾ, ਔਰ ਇੱਥੋਂ ਤੱਕ ਉਹਨਾਂ ਨੇ ਜਿਹੜੇ ਬਾਲ ਵਿਵਾਹ ਜਿਹੜੇ ਸੀ ਉਹਨਾਂ ਨੂੰ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਉਹਨਾਂ ਨੂੰ ਬੰਦ ਕਰਵਾਇਆ ਸਹੀ ਗੱਲ ਹੈ। ਤੇ ਉਹਨਾਂ ਨੇ ਹੋਸਟਲ ਖੋਲੇ ਹੋਰ ਸਕੂਲੇ ਤੇ ਸਕੂਲ 1848 ਖੋਲ੍ਹੇ ਦੇ ਲੜਕੀਆਂ ਲਈ, ਵਿੱਚ ਪਹਿਲਾ ਸਕੂਲ ਜਿਹੜਾ ਲੜਕੀਆਂ ਵਾਸਤੇ ਉਹਨਾਂ ਨੇ ਖੋਲੇ ਹਾਂ। ਤੇ ਉਹਨਾਂ ਦੀ ਜਿਹੜੀ ਦੇਣ ਆ ਅਸੀਂ ਨਹੀਂ ਭੁੱਲ ਦਰਸ਼ਕੋ, ਸਕਦੇ। ਜੋ ਸੁਮਨ ਸਾਹਿਬ ਕਹਿ ਰਹੇ ਆ, ਸਕੂਲ 1848 ਦੇ ਵਿੱਚ ਪਹਿਲਾ ਸਕੂਲ ਜੋ ਔਰਤਾਂ ਦੇ ਬਾਰੇ ਖੋਲਿਆ, ਔਰ ਉਹਨਾਂ ਦੀ ਆਪਣੀ ਘਰਵਾਲੀ ਕੋਟੀ ਕੋਟੀ ਪ੍ਰਣਾਮ ਉਹਨਾਂ ਨੂੰ ਵੀ। ਦਾਦੀ ਮਾਂ ਸਵਿਤਰੀ ਬਾਈ ਸਵਿਤਰੀ ਫੂਲੇ ਬਾਈ ਜੀ ਫੂਲੇ ਜੀ ਨੂੰ ਉਹਨਾਂ ਨੇ ਦੇਖੋ ਆਪਣੇ ਦਾਦੀ ਮਾਂ ਸਵਿਤਰੀ ਬਾਈ ਫੂਲੇ ਨੂੰ ਪੜਾਇਆ, ਹਾਂਜੀ, ਉਹਨੂੰ ਟੀਚਰ ਬਣਾ ਕੇ ਟੀਚਰ ਬਣਾ ਤੇ ਕੇ ਦੂਸਰੀਆਂ ਸਮਾਜ ਦੀਆਂ ਜਿਹੜੀਆਂ ਔਰਤਾਂ ਹਾਂਜੀ, ਸੀ ਹਾਂਜੀ। ਉਹਨਾਂ ਨੂੰ ਪੜਾਉਣਾ ਸ਼ੁਰੂ ਕੀਤਾ। ਹਾਂਜੀ, ਇਹ ਸਨ ਦਾਦਾ ਮਹਾਤਮਾ ਫੂਲੇ ਜੀ। ਸੰਤ ਮਹਾਤਮਾ ਸੀ। ਤੇ ਇਹਦੇ ਬਾਰੇ ਆਪਾਂ ਹੋਰ ਵੀ ਗੱਲ ਕਰਦੇ ਆ। ਆਪਣੇ ਕਾਫੀ ਟੈਲੀਫੋਨ ਆਏ ਆ ਜੀ, ਉਹ ਸ਼ਰਧਾਂਜਲੀ ਦੇ ਰਹੇ ਆ, ਕੋਟੀ ਕੋਟੀ ਨਮਨ ਕਰ ਰਹੇ ਆ। ਤੇ ਸਾਡੇ ਪਹਿਲਾਂ ਆਂਟੀ ਨੰਜੋ ਜੀ, ਅੰਜਨਾ ਜੱਤੂ ਜੀ ਕੋਟੀ ਕੋਟੀ ਪ੍ਰਣਾਮ ਕਰਦੇ ਪੰਤੇ ਜੀ ਨੂੰ। ਤੇ ਦੇਵਿੰਦਰ ਲਾਖਾ ਜੀ, ਪ੍ਰੋਗਰਾਮ ਬਹੁਤ ਅੱਛਾ ਹੈ ਤੇ ਉਹ ਵੀ ਕੋਟੀ ਕੋਟੀ ਪ੍ਰਣਾਮ ਕਰ ਰਹੇ ਆ ਤੇ ਸ਼ਰਧਾਂਜਲੀਆਂ ਵੀ ਦੇ ਰਹੇ ਆ। ਤੇ ਬਹੁਤ ਬਹੁਤ ਧੰਨਵਾਦ ਜੀ ਦੇਵਿੰਦਰ ਲਾਖਾ ਜੀ। ਬਲਦੇਵ ਰਾਜ ਰਲ ਜੀ, ਉਹ ਵੀ ਪ੍ਰੋਗਰਾਮ ਪਸੰਦ ਕਰ ਰਹੇ ਆ ਔਰ ਸ਼ਰਧਾਂਜਲੀਆਂ ਦੇ ਰਹੇ ਆ। ਮੂਰਤੀਮਲ ਭਜਨੋਮਲ ਜੀ ਪੰਤੇ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰ ਰਹੇ। ਹਰੀਪਾਲ ਪ੍ਰਪਾਟੀ ਜੀ ਨੂੰ ਵੀ ਉਹ ਸ਼ਰਧਾਂਜਲੀਆਂ ਦੇ ਰਹੇ। KL ਚਾਂਦ ਬੈਡਫੋਰਡ ਤੇ ਸ਼ਰਧਾ ਦੇ ਫੁੱਲ ਪੇਂਟ ਕਰ ਰਹੇ ਆ ਤੇ ਯਾਦ ਕਰ ਰਹੇ ਹਰੀਪਾਲ ਪਾਟਿਆ ਜੀ ਨੂੰ ਵੀ। ਸੋਢੀ ਰਾਮ ਜਸਲ ਕਮਲੇ ਜਸਲ ਤਰਕੇ ਜਸਲ ਜੀ ਵੱਲੋਂ ਵੀ ਪੰਤੇ ਜੀ ਨੂੰ ਕੋਟੀ ਕੋਟੀ ਪ੍ਰਣਾਮ ਹੈ ਜੀ। ਇਹਦੇ ਨਾਲ ਹੀ ਸ਼ਾਦੀ ਸੱਲਣ ਸੱਤਿਆ ਸੱਲਣ ਜੀ ਵੱਲੋਂ ਵੀ ਕੋਟੀ ਕੋਟੀ ਪ੍ਰਣਾਮ। ਰਮੇਸ਼ ਦਾਦਰਾ, ਅਮੀਨਾ ਦਾਦਰਾ ਬਰਮਿੰਘਮ ਤੋਂ ਉਹ ਵੀ ਕੋਟੀ ਕੋਟੀ ਪ੍ਰਣਾਮ ਕਰ ਰਹੇ ਆ। ਮੁਲਕ ਰਾਜ ਬੱਦਨ, ਸ਼ੀਸ਼ ਬੱਦਨ ਜੀ ਸ਼ਰਧਾਂਜਲੀਆਂ ਭੇਟ ਕਰ ਰਹੇ। ਹਰੀਪਾਲ ਪਾਟਿਆ ਵੱਲੋਂ ਬਖਸ਼ ਸੁਮਨ ਵੀ ਬਚਨੀ ਸੁਮਨ, ਡਾਕਟਰ ਰਕੇਸ਼ ਸੁਮਨ ਦੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਆ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ਾਮ ਲਾਲ ਕੈਂਥ ਜੀ ਪ੍ਰੋਗਰਾਮ ਦੇਖ ਰਹੇ ਹਨ ਤੇ ਉਹ ਵੀ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਆ। ਪ੍ਰੇਮ ਚਮਕੀਲਾ ਜੀ, ਪ੍ਰੋਗਰਾਮ ਅੱਛਾ ਹੈ ਔਰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ। ਇਹਨਾਂ ਨੇ ਵੀ ਜਦੋਂ ਪੰਤੇ ਜੀ ਸੀ ਤਾਂ ਗੀਤ ਗਾਇਆ ਕਰਦੇ ਸੀ, ਪ੍ਰੇਮ ਚਮਕੀਲਾ ਜੀ। ਨਿਰਮਲਾ ਪਾਟਿਆ ਜੀ ਕੇ ਧੰਨਵਾਦ ਕਰਦੇ ਆ ਲੋਟਸ TV ਦਾ। ਅਤੇ ਜੋ ਤੁਹਾਡਾ ਬਹੁਤ ਧੰਨਵਾਦ ਜੀ, ਤੇ ਕਿਉਂਕਿ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਯਾਦ ਕਰਨਾ। ਹਾਂਜੀ, ਥੈਂਕ ਯੂ। ਸੋਹਣਲਾ ਰੱਤੂ ਜੀ ਸ਼ਰਧਾ ਤੇ ਫੁੱਲ ਭੇਟ ਕਰ ਰਹੇ ਆ। ਸੋਹਣਲਾ ਰੱਤੂ ਜੀ ਨੇ ਇੱਕ ਗੀਤ ਵੀ ਇਹਨਾਂ ਬਾਰੇ ਲਿਖਿਆ ਸੀ। ਹਾਂਜੀ, तो बहुत बहुत धन्यवाद जी। हंसराज मैमी, पालो मैमी जी, प्रोग्राम अच्छा है, बहुत बढ़िया है। गुरदेव कौल जी भी पंत जी नूं कोटि कोटि प्रणाम कर रहे हैं और मुला कौल जी भी पंत जी नूं प्रणाम कर रहे, कोटि कोटि प्रणाम कर दिया। तो तुहाडा सारिਆਂ ਦਾ बहुत बहुत धन्यवाद है जी। तो सुमन जी, समा अपने को बहुत जल्दी जा रहा। हाँ जी, तो अपने पंत जी ਨੂੰ ਯਾਦ ਕਰਦੇ ਆ। ਸੁਮਨ ਜੀ, ਆਪਾਂ ਅਖੀਰ ਦੇ ਵਿੱਚ ਆਪਣਾ ਤੁਸੀਂ ਹਮੇਸ਼ਾ ਕੋਈ ਨਾ ਕੋਈ ਧੰਮਪਦ ਦੀ ਗਾਥਾ ਦਾ ਵਿਆਖਿਆ ਕਰਦੇ ਆ। ਹਾਂਜੀ, ਅਸੀਂ ਚਾਹੁੰਦੇ ਆ ਉਹ ਵੀ ਹੋਵੇ। ਉਸ ਤੋਂ ਪਹਿਲਾਂ ਅਗਰ ਕੋਈ ਜੋਤੀਰਾਮ ਮਹਾਤਮਾ ਫੂਲੇ ਜੀ ਬਾਰੇ ਕੋਈ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਭੇਟ ਕਰਦੇ ਆ। ਉਹਨਾਂ ਦੇ ਕੰਮਾਂ ਬਾਰੇ ਅਗਰ ਆਪਾਂ ਗਿਣਨ ਲੱਗੀਏ ਤਾਂ ਬਹੁਤ ਬੜਾ ਸਮਾਂ ਆਪਣ ਲੱਗਿਆ, ਕਿਉਂਕਿ ਜੋ ਸਮਾਜ ਸੁਧਾਰਕ ਦੇ ਉਹ ਪਿਤਾਮਾ ਸੀ। ਹਾਂਜੀ ਹਾਂਜੀ। ਤੇ ਉਹਨਾਂ ਦੇ ਜੋ ਵਿਦਿਆ ਜੋ ਉਹਨਾਂ ਨੇ ਅਗਰ ਦੇਖਿਆ ਜਾਵੇ ਤਾਂ ਜੋ ਪਹਿਲੇ ਟੀਚਰ ਲੇਡੀ ਟੀਚਰ ਆ ਉਹਨਾਂ ਨੇ ਤਿਆਰ ਕੀਤਾ ਦਾਦੀ ਮਾਂ ਸਵਿਤਰੀ ਬਾਈ ਫੂਲੇ ਨੂੰ। ਤੇ ਅੱਜ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੀਆਂ ਬੇਟੀਆਂ ਅੱਜ ਦੇਖੋ ਕਿੰਨੀਆਂ ਤਰੱਕੀਆਂ ਕਰ ਸਕੀਆਂ। ਇਹਨਾਂ ਨੂੰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਹ ਜੋ ਸਾਨੂੰ ਮਤਲਬ ਇਹ ਵਿਦਿਆ ਦਾ ਜਿਹੜਾ ਸਾਨੂੰ ਸ਼ੁਰੂਆਤ ਕੀਤੀ ਸਪੈਸ਼ਲੀ ਸਾਡੀ ਲੇਡੀਜ਼ ਵਾਸਤੇ, ਉਹ ਦਾਦੀ ਮਾਂ ਸਵਿਤਰੀ ਬਾਈ ਫੂਲੇ ਜੀ ਨੇ ਪੜ੍ਹਾ ਕੇ ਤੇ ਅੱਜ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਜਿਹੜੀਆਂ ਬੜੀ ਵੱਡੀਆਂ ਪਦਵੀਆਂ ਪੋਸਟਾਂ ਤੇ ਗਈਆਂ। ਤੇ ਅੱਜ ਜਿਹੜਾ ਜਿਸ ਤਰ੍ਹਾਂ ਕਿ ਅੱਜ ਪੰਤੇ ਜੀ ਬੈਨੇਵਲ ਮਹਾਸੰਭੂ ਜੀ ਨੂੰ ਆਪਾਂ ਯਾਦ ਕਰ ਰਹੇ ਹਾਂ, ਤੇ ਮੈਨੂੰ ਇਹ ਗਾਥਾ ਜਿਹੜੀ ਆ ਬਹੁਤ ਇਹ ਬੁੱਧ ਆਪਣੇ ਧੰਮਪਦ ਦੇ ਵਿੱਚ ਇੱਕ ਪੁਫ ਵਗ ਆ ਜਿਹਨੂੰ ਕਹਿੰਦੇ ਦਾ ਫਲਾਵਰ। ਫਲਾਵਰ ਵਗ ਦੇ ਵਿੱਚੋਂ ਇੱਕ ਗਾਥਾ ਆ, ਬਿਲਕੁਲ ਉਹਨਾਂ ਦੇ ਟੁਕਦੀ ਆ। ਤਾਂ ਉਹ ਇਹ ਆ, ਨਾ ਪੁਫ ਗੰਦੋ ਪਟੀ ਵਾਤ ਮੇਤੀ
ਨਾ ਚੰਦਨੰ ਤਗਰ ਮਲਿਕਾਵਾ ਸੰਤੰਚ ਗੰਧੋ ਪਟੀਵਾਤ ਮੇਤੀ ਸੱਬਾ ਦਿਸ਼ਾ ਸਿਪੁਰਸੋ ਪਵਾਤੀ। ਕਹਿੰਦੇ ਆ ਕਿ ਜੋ ਫੁੱਲਾਂ ਦੀ ਸੁਗੰਧ ਆ ਜੀ ਜੀ ਉਹ ਹਵਾ ਦੇ ਉਲਟ ਨਹੀਂ ਜਾਂਦੀ, ਸਹੀ ਗੱਲ ਹੈ। ਤੇ ਫੁੱਲਾਂ ਦੀ ਸੁਗੰਧ ਜਿਹੜੀ ਆ ਥੋੜੀ ਦੂਰ ਜਾ ਕੇ ਉਹ ਖਤਮ ਹੋ ਜਾਂਦੀ ਆ। ਜੀ ਨਾ ਚੰਦਨ ਨਾ ਤਗਰ ਨਾ ਚਮੇਲੀ ਦੀ ਖੁਸ਼ਬੂ ਜਿਹੜੀ ਆ ਜੀ ਉਹ ਹਵਾ ਦੇ ਦਿਸ਼ਾ ਦੇ ਉਲਟ ਨਹੀਂ ਜਾਂਦੀ, ਜੀ। ਲੇਕਿਨ ਸੰਤੰਚ ਗੰਧੋ ਪਤੀਵਾਤ ਮੇਤੀ, ਜੀ ਸੰਤ ਸੱਚੇ ਸੱਜਣ ਪੁਰਸ਼ਾਂ ਦੀ ਖੁਸ਼ਬੂ ਹਵਾ ਦੇ ਉਲਟ ਵੀ ਜਾਂਦੀ ਹੈ ਤੇ ਸਾਰਿਆਂ ਪਾਸਿਆਂ ਨੂੰ ਜਾਂਦੀ ਹੈ। ਜੀ ਜੀ ਸੰਤ ਸੱਚੇ ਸੱਜਣ ਪੁਰਸ਼ ਸਾਰੀਆਂ ਦਿਸ਼ਾਵਾਂ ਨੂੰ ਸੁਗੰਧਿਤ ਕਰ ਦਿੰਦੇ ਹਨ, ਜੀ ਜੀ ਖੁਸ਼ਬੂਦਾਰ ਬਣਾ ਦਿੰਦੇ ਹਨ। ਜੀ। ਤਾਂ ਹੀ ਕਹਿੰਦੇ ਆ, ਸੱਭਾ ਦਿਸ਼ਾ ਸਪੁਰਸੋ ਪਵਤੀ। ਜੀ ਤੇ ਜਿਹੜੇ ਸੰਤ ਪੁਰਸ਼ ਹੁੰਦੇ ਹਨ, ਭਾਂਤੇ ਜੀ, ਮਹਾਸਬੂਨ ਜੀ, ਜੀ ਸੰਤ ਪੁਰਸ਼ ਸੰਤ ਪੁਰਸ਼, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ, ਸੰਤ ਪੁਰਸ਼ ਜੋਤੀਰਾਓ ਫੂਲੇ ਜੀ, ਸੰਤ ਪੁਰਸ਼ ਉਹਨਾਂ ਦੇ ਕੀਤੇ ਹੋਏ ਕੰਮ, ਉਹਨਾਂ ਦੇ ਸ਼ੀਲ ਦੇ ਗੁਣਾਂ ਦੀ ਜਿਹੜੀ ਸੁਗੰਧ ਆ ਜੀ। ਉਹ ਚਾਰੇ ਦਿਸ਼ਾਵਾਂ ਨੂੰ ਸਹੀ ਗੱਲ ਹੈ। ਸਾਰਿਆਂ ਨੂੰ ਸੁਗੰਧਿਤ ਬਣਾ ਦਿੰਦੇ ਆ। The scent of flowers cannot go against the wind, ਜੀ nor the scent of sandalwood, nor of tagara, nor of jasmine. Only the reputation of the virtuous one pervades in every direction. ਜੀ ਤੇ ਇਹਦੇ ਨਾਲ ਹੀ ਇੱਕ ਹੋਰ ਗਾਥਾ ਆ, ਜੀ। ਚੰਦਨੰ ਤਗਰੰ ਬਾਪੀ ਅਪੁੱਲ ਅਥ ਬਸਿੱਕੀ ਏਤੇ ਸੰਗ ਗੰਧ ਜਾਤਾ ਨੰ ਸੀਲ ਗੰਧੋ ਅਨੁੱਤਰੋ। ਇਹਦਾ ਮਤਲਬ ਆ ਚੰਦਨ, ਤਗਰ, ਕਮਲ ਜਾਂ ਜੂਹੀ, ਜਾਸਮੀਨ, ਚਮੇਲੀ, ਇਹਨਾਂ ਸਭ ਤੋਂ ਉੱਤਮ ਹੋਣ ਵਾਲੀ ਸੁਗੰਧ ਜਾਂ ਖੁਸ਼ਬੂਆਂ ਤੋਂ ਸ਼ੀਲ ਸਦਾਚਾਰ ਦੀ ਸੁਗੰਧ ਉੱਤਮ ਸੁਗੰਧ ਹੈ। ਸਹੀ ਗੱਲ ਹੈ। There are the scent of sandalwood, tagara, lotus and jasmine, but the scent of virtue surpasses all the scents. ਜੀ ਇਹ ਗਾਥਾ ਜਿਹੜੀ ਆ ਇੱਥੇ ਮੈਂ ਬਹੁਤ ਜ਼ਰੂਰ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ। ਇਹ ਬੈਨੇਬਲ ਬੰਤੇ ਆਨੰਦ ਜੀ ਨੇ ਜਦੋਂ ਸਮਾਧੀ ਵਿੱਚ ਬੈਠੇ ਸੀ ਹਾਂਜੀ ਹਾਂਜੀ ਤਾਂ ਉਹਨਾਂ ਨੇ ਜਦੋਂ ਦੇਖਿਆ ਤੇ ਉਹਨਾਂ ਨੂੰ ਫੁੱਲਾਂ ਦੇ ਉੱਤੇ ਧਿਆਨ ਲਾਇਆ ਤੇ ਉਹਨਾਂ ਨੂੰ ਉਹ ਜਿਹੜੀ ਫੁੱਲਾਂ ਦੀ ਮਹਿਕ ਸੀਗੀ ਜੀ। ਉਹ ਆਈ ਤਾਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਜੀ। ਕਿ ਵੀ ਕਿਉਂ ਇਹ ਹਵਾ ਦੇ ਵੱਲ ਨੂੰ ਜਾਂਦੀ ਆ, ਕਿਉਂ ਕੀ ਇਹ ਜਿਹੜੀ ਸਾਰੇ ਪਾਸੇ ਨਹੀਂ ਜਾ ਸਕਦੀ। ਹਾਂ ਤਾਂ ਉਹਨਾਂ ਨੇ ਤਥਾਗਤ ਭਗਵਾਨ ਬੁੱਧ ਨੂੰ ਜਾ ਕੇ ਦੱਸਿਆ ਕਿ ਇਹ ਤਥਾਗਤ ਮੇਰੇ ਖਿਆਲ ਆਇਆ ਕਿ ਜਿਹੜੀ ਫੁੱਲਾਂ ਦੀ ਸੁਗੰਧ ਹੈ ਬੜੀ ਮੋਹਕ ਹੈ, ਜੀ। ਬੜੀ ਚੰਗੀ ਹੈ, ਜੀ ਸਿਰਫ ਉਹ ਹਵਾ ਦੇ ਵੱਲ ਨੂੰ ਜਾਂਦੀ ਹੈ। ਜੀ ਜੀ ਤਾਂ ਤਥਾਗਤ ਭਗਵਾਨ ਬੁੱਧ ਨੇ ਫਿਰ ਉਹਨਾਂ ਨੂੰ ਸਮਝਾਇਆ, ਹੇ ਆਨੰਦ, ਜੀ ਇਹ ਹਵਾ ਦੀ ਜਿਹੜੇ ਫੁੱਲਾਂ ਦੀ ਸੁਗੰਧ ਆ ਜੀ ਜੀ ਇਹ ਸਿਰਫ ਹਵਾ ਦੇ ਪਾਸੇ ਨੂੰ ਜਾਂਦੀ ਹੈ, ਜੀ, ਜਿੱਦ ਨੂੰ ਜੀ। ਹਵਾ ਵਗਦੀ ਹੋਵੇ, ਜੀ। ਜਿੱਦ ਨੂੰ ਹਵਾ ਜਾਂਦੀ ਹੋਵੇ। ਜੀ। ਲੇਕਿਨ ਜਿਹੜੇ ਸੰਤ ਪੁਰਸ਼ ਆ ਉਹ ਉਹਨਾਂ ਦੀ ਜਿਹੜੀ ਸ਼ੀਲ ਗੰਧਾ ਜਿਹੜੀ ਸਾਰੇ ਦੀ ਸੁਗੰਧ ਆ ਦਿਸ਼ਾਵਾਂ ਉਹ ਸਾਰੀਆਂ ਦਿਸ਼ਾਵਾਂ ਨੂੰ ਹੇ ਆਨੰਦ, ਜੋ ਵਿਅਕਤੀ ਤਿੰਨ ਰਤਨਾਂ ਦੀ ਸ਼ਰਨ ਦੀ ਗ੍ਰਹਿਣ ਕਰਦਾ ਹੈ, ਜੀ ਜੀ ਬੁੱਧ ਧੰਮ ਸੰਘ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜੀ ਧੰਮ ਦੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ ਹਮ, ਤੇ ਉਹਨਾਂ ਦਾ ਉਹ ਵਿਅਕਤੀ ਲਾਲਚੀ ਨਹੀਂ ਹੁੰਦਾ, ਉਹ ਜੀ, ਵਿਅਕਤੀ ਜੀ। ਨੇਕ ਹੁੰਦਾ ਹੈ। ਜੀ, ਇਸ ਤਰ੍ਹਾਂ ਵਿਅਕਤੀ ਨਿਰਸੰਦੇਹ ਪ੍ਰਸ਼ੰਸਾ ਦਾ ਪਾਤਰ ਹੁੰਦਾ ਹੈ, ਜੀ, ਜੀ। ਉਹ ਸੱਚਾ ਸੰਤ ਸੱਜਣ ਪੁਰਸ਼ ਬਣ ਜਾਂਦਾ ਹੈ। ਜੀ ਜੀ ਇਸ ਤਰ੍ਹਾਂ ਦਾ ਵਿਅਕਤੀ ਆਪਣੇ ਸਨਮਾਨ ਅਤੇ ਸੀਲ ਗੁਣਾਂ ਦੀ ਖੁਸ਼ਬੂ ਮਹਿਕ ਚਾਰੋਂ ਤਰਫ ਦਿਸ਼ਾਵਾਂ ਵੱਲ ਫੈਲਾਉਂਦਾ ਹੈ। ਜੀ। ਜਿੱਥੇ ਵੀ ਜਾਂਦਾ ਹੈ ਉੱਥੇ ਸਭ ਲੋਕ ਭਿੱਖੂ, ਉਪਾਸਕ, ਜੀ। ਗ੍ਰਸਤੀ ਉਸ ਦੀ ਪ੍ਰਸ਼ੰਸਾ ਕਰਦੇ ਹਨ, ਜੀ ਜੀ ਸੋਭਾ ਕਰਦੇ ਹਨ। ਜੀ ਚੰਦਨ, ਤਗਰ, ਚਮੇਲੀ ਦੀ ਖੁਸ਼ਬੂ ਹਵਾ ਦੇ ਉਲਟ ਨਹੀਂ ਜਾਂਦੀ, ਪਰ ਇਹੋ ਜਿਹੇ ਸੰਤ ਸੱਚੇ ਸੱਜਣ ਪੁਰਸ਼ਾਂ ਦੀ ਕੀਰਤੀ, ਸ਼ੀਲ ਗੁਣਾਂ ਦੀ ਮਹਿਕ ਚਾਰੋਂ ਦਿਸ਼ਾਵਾਂ ਵਿੱਚ ਵਿਆਪਕ ਹੁੰਦੀ ਹੈ। ਜੀ ਚਾਰੋਂ ਦਿਸ਼ਾਵਾਂ ਨੂੰ ਖੁਸ਼ਬੂਦਾਰ ਬਣਾ ਦਿੰਦੀ ਹੈ। ਹਾਂ। ਚੰਦਨ, ਤਗਰ, ਜੂਹੀ, ਕਮਲ, ਇਹਨਾਂ ਸਭ ਤੋਂ ਉੱਤਮ ਹੋਣ ਵਾਲੀਆਂ ਖੁਸ਼ਬੂਆਂ ਜੀ। ਮਹਿਕਾਂ ਵਿੱਚੋਂ ਸ਼ੀਲ ਸਦਾਚਾਰ ਦੀ ਖੁਸ਼ਬੂ ਮਹਿਕ ਸੁਗੰਧ ਸਰ ਉੱਤਮ ਹੁੰਦੀ ਹੈ। ਅਸੀਂ ਆਪਣੇ ਜੀਵਨ ਵਿੱਚ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦੇ ਨਾਲ ਲੇਪ ਕਰਦੇ ਹਾਂ, ਜੀ। ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਸੁੰਦਰ ਬਣਾਉਂਦੇ ਹਾਂ, ਜੀ। ਆਪਣੇ ਸਰੀਰ ਨੂੰ ਸਜਾਉਂਦੇ ਹਾਂ, ਜੀ। ਤਰ੍ਹਾਂ ਤਰ੍ਹਾਂ ਦੇ ਗਹਿਣਿਆਂ ਦੇ ਨਾਲ ਸਜਾਉਂਦੇ ਹਾਂ, ਜੀ ਕੁਦਰਤ ਦੇ ਵਿਆਪਕ ਨਿਯਮਾਂ ਦੇ ਉਲਟ ਬਣ ਜਾਂਦੇ ਹਾਂ। ਜੀ ਇਹ ਸੰਸਾਰ ਦੀ ਕੈਦ ਵਿੱਚ ਬੰਦ ਹੋ ਜਾਂਦੇ ਆ। ਜੀ। ਤਥਾਗਤ ਸਾਨੂੰ ਸਮਝਾਉਂਦੇ ਆ, ਅਸੀਂ ਹਵਾ ਦੇ ਨਿਯਮ ਦੇ ਖਿਲਾਫ ਸਥਿਤ ਹੋ ਜਾਂਦੇ ਹਾਂ। ਜੀ ਆਪਣੇ ਸਰੀਰ ਦੇ ਅੰਗਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੇਪ ਕਰਨ ਨਾਲ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲਗਾਉਣ ਤੋਂ ਚੰਗਾ ਹੈ ਜੀ। ਅਸੀਂ ਆਪਣੇ ਅੰਦਰ ਦੀ ਪ੍ਰਗਿਆ ਨੂੰ
ਸ਼ੀਲ ਗੁਣਾ ਦੇ ਨਾਲ ਲੇਪਨ ਕਰੀਏ, ਜੀ ਸੁਗੰਧਿਤ ਖੁਸ਼ਬੂਦਾਰ ਬਣਾਈਏ, ਜੀ ਸ਼ੀਲ ਗੁਣਾ ਦੇ ਗਹਿਣਿਆਂ ਨਾਲ ਆਪਣੇ ਚਿੱਤ ਨੂੰ ਸਜਾਈਏ। ਜੀ। ਇਹ ਸ਼ੀਲ ਗੁਣਾ ਦੀ ਮਹਿਕ ਖੁਸ਼ਬੂ ਹਵਾ ਦੇ ਉਲਟ ਸਭ ਦਿਸ਼ਾਵਾਂ ਨੂੰ ਮਹਿਕਾਏਗੀ। ਜੀ, ਜੀ। ਤੇ ਇੱਥੇ ਇਸ ਗਾਥਾ ਦਾ ਫਿਰ ਉਹਨਾਂ ਨੇ ਚਾਰਨ ਕੀਤਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਆਪਣਾ ਸਮਾਂ ਬਹੁਤ ਜਲਦੀ ਜਾ ਰਿਹਾ, ਬਹੁਤ ਤੇਜ਼ੀ ਨਾਲ ਜਾ ਰਿਹਾ। ਤੋ ਤੁਹਾਡਾ ਪ੍ਰੋਗਰਾਮ ਦੇਖ ਰਹੇ ਆ ਗੁਰਪ੍ਰੀਤ ਬੰਸੀ ਜੀ ਲੰਡਨ ਤੋਂ, ਔਰ ਨਮਸਤੇ ਜੈ ਪ੍ਰੋਗਰਾਮ ਭੀਮ ਨੂੰ ਜੀ। ਪਸੰਦ ਕਰ ਰਹੇ ਆ, ਔਰ ਭੰਤੇ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ। ਤੋ ਦੇਖੋ ਭੰਤੇ ਜੀ ਦਾ ਲਾਈ ਜੜ ਇੱਥੇ ਪੰਜਾਬ ਆਪਾਂ ਜਾਂਦੇ ਆ, ਉੱਥੇ ਬੁੱਧ ਵਿਹਾਰ ਬਣੇ, ਉੱਥੇ ਬਾਬਾ ਸਾਹਿਬ ਦੇ ਨਾਂ 'ਤੇ ਕਮਿਊਨਿਟੀ ਸੈਂਟਰ ਬਣੇ ਆ, ਹਾਂਜੀ ਰਿਸੋਰਸ ਸੈਂਟਰ ਬਣਿਆ। ਅੱਜ ਹੋਰ ਖੁਸ਼ੀ ਦੀ ਗੱਲ ਉਹ ਕਰ ਰਹੇ ਆ ਕਿ ਕੱਲ੍ਹ ਨੂੰ ਉਹਨਾਂ ਦੇ ਨਕੋਦਰ ਵਿਖੇ, ਹਾਂਜੀ ਉਹਨਾਂ ਦੀ ਆਬਾਦੀ ਜੋ ਨਵੀਂ ਆਬਾਦੀ ਹੈ, ਉੱਥੇ ਇੱਕ ਨਵਾਂ ਬੁੱਧ ਵਿਹਾਰ ਦਾ ਨੀਂਹ ਪੱਥਰ ਰੱਖ ਹੋਇਆ। ਬਹੁਤ ਤੇ ਬਹੁਤ ਵਧਾਈਆਂ ਜੀ ਬਹੁਤ ਸਾਰਿਆਂ ਖੁਸ਼ੀ ਦੀ ਨੂੰ ਗੱਲ ਹੈ। ਕਿ ਬਹੁਤ ਤੇ ਉਹ ਹੀ ਇੱਕ ਕਹਿੰਦੇ ਆ- ਨੋਬਲ ਟਾਸਕ ਹਾਂਜੀ, ਕਰ ਰਹੇ ਆ। ਤੋ ਇੱਕ ਧਰਮ ਦਾ ਇੱਕ ਹੋਰ ਕੇਂਦਰ ਬਣ ਰਿਹਾ। ਕੇਂਦਰ ਬਣ ਰਿਹਾ ਹੈਗਾ। ਬੜੀ ਖੁਸ਼ੀ ਦੀ ਗੱਲ ਹੈ। ਉਹ ਕਹਿੰਦੇ ਆ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹੋ ਕਿ ਉੱਥੇ ਅਗਰ ਜੇ ਪਹੁੰਚ ਸਕਦੇ ਆ ਜ਼ਰੂਰ ਪਹੁੰਚੋ, ਔਰ ਉੱਥੇ ਨੀਂਹ ਪੱਥਰ ਕੱਲ੍ਹ ਨੂੰ ਬੁੱਧ ਵਿਹਾਰ ਦਾ ਰੱਖ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਇਹਦੇ ਨਾਲ ਹੀ ਜਸਵੀਰ ਕਰੜੇ ਜੀ ਫੈਮਿਲੀ ਭੰਤੇ ਜੀ ਨੂੰ ਪ੍ਰਣਾਮ ਕਰਦੀ ਆ, ਤੇ ਇਹ ਨਾਲ ਹੀ ਨਾਲ ਦੀਸ਼ ਦਾਦਰਾ ਜੀ ਕਰਦੇ ਆ, ਤੇ ਨਾਲ ਹੀ ਨਾਲ ਰਾਮ ਪ੍ਰਕਾਸ਼ ਮੁਹੰਮਦ ਜੀ ਜੀ, ਸਾਡੇ ਜੀ, ਬਜ਼ੁਰਗ ਜੀ, ਅੰਕਲ ਹਾਂਜੀ, ਜੀ। ਭੰਤੇ ਜੀ ਤੇ ਹਰੀਪਾਲ ਪਾਟੀਆ ਨੂੰ ਉਹ ਸ਼ਰਧਾਂਜਲੀਆਂ ਭੇਟ ਕਰਦੇ ਆ। ਇਹਦੇ ਨਾਲ ਹੀ ਨਾਲ 20 ਪੌਂਡ ਵੀ ਉਹ ਲੋਟਸ ਦੇਵੀ ਨੂੰ ਦਾਨ ਕਰ ਰਹੇ ਆ। ਸਾਧੂ, ਬਹੁਤ ਬਹੁਤ ਸਾਧੂ। ਧੰਨਵਾਦ ਹੈ ਜੀ। ਹਰੀਪਾਲ ਪਾਟੀਆ ਤੇ ਮੂਰਤੀਮਾਲ ਤੇ ਭਜਨੋਮਲ ਜੀ ਵੀ ਸ਼ਰਧਾਂਜਲੀਆਂ ਭੇਟ ਕਰ ਰਹੇ ਹਰੀਪਾਲ ਪਾਟੀਆ ਜੀ ਨੂੰ। ਤੋ ਇੱਕ ਵਾਰੀ ਫਿਰ ਮੈਂ ਆਪ ਨੂੰ ਜੋ ਕਮੇਟੀ ਦੇ ਅਗਲੇ ਹਫਤੇ ਪ੍ਰੋਗਰਾਮ ਆ 6 ਦਸੰਬਰ ਨੂੰ ਟਿਊਜ਼ਡੇ ਵਾਲੇ ਦਿਨ ਬੁੱਧ ਵਿਹਾਰ ਵਿੱਚ 7 ਵਜੇ ਪਹੁੰਚੋ। ਆਪਾਂ ਰਲ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਆਪਾਂ ਫੁੱਲ ਪੇਂਟ ਕਰਨੇ ਆ। ਨਾਲ ਨਾਲ ਆਪਾਂ ਸ਼ਰਧਾਂਜਲੀਆਂ ਵੀ ਦਾ ਪ੍ਰੋਗਰਾਮ ਵਗੈਰਾ, ਨਾਲ ਪ੍ਰਧਾਨ ਜੀ ਵੀ ਆ ਰਹੇ ਆ ਰੇਖਾ ਪੋਲ ਜੀ। ਨਾਲ ਹੀ ਨਾਲ 8 ਦਸੰਬਰ ਨੂੰ ਥਰਸਡੇ ਵਾਲੇ ਦਿਨ ਫੁੱਲ ਮੂਨ ਡੇ ਹੈ, ਉੱਥੇ ਉਹ ਵੀ ਆਪਾਂ 7 ਵਜੇ ਇਕੱਠੇ ਹੋਣਾ ਹੈ। ਆਂਟੀ ਸਾਡੇ ਆਂਟੀ ਨੰਜੋ ਰੱਤੂ ਜੀ ਵੱਲੋਂ ਉਹਨਾਂ ਨੂੰ ਭੋਜਨ ਦਾ ਦਾਨ ਕੀਤਾ ਜਾ ਰਿਹਾ ਹੈ। 11 ਦਸੰਬਰ ਸੰਡੇ ਨੂੰ 12 ਤੋਂ 4 ਵਜੇ 'ਚ ਤੁਸੀਂ ਬਾਬਾ ਸਾਹਿਬ ਦਾ ਨਿਰਮਾਣ ਦੇ ਆਪਾਂ ਮਨਾ ਰਹੇ ਹਾਂ। ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਪਹੁੰਚੋ। ਤੋ ਇਸ ਕੁਛ ਜੋ ਪ੍ਰੋਗਰਾਮ ਅੱਜ ਦਾ ਕਿਸ ਤਰ੍ਹਾਂ ਲੱਗਾ, ਆਪਣੇ ਅਖੀਰ ਦੇ ਵਿੱਚ ਅਖੀਰ 'ਚ ਇੱਕ ਗਾਥਾ ਜ਼ਰੂਰ ਇੱਥੇ ਤਾਂ ਭੰਤੇ ਜੀ ਉਹਨਾਂ ਤੇ ਢੁਕਦੀ ਆ। ਹਾਂਜੀ। ਦਿਵਾ ਤਪਤੀ ਆਦਿਚੋ ਰਤੀ ਅਪਾਤੀ ਚੰਦੀਮਾ, ਸੰਤੋ ਖਤਿਓ ਤਪਤੀ ਚਾਈ ਤਪਤੀ ਬ੍ਰਾਹਮਣੋ, ਅਥ ਸਭਮ ਹੋ ਰਤਿੰ ਬੁੱਧੋ ਤਪਤੀ ਤੇਜਸਾ। ਜਿਹੜਾ ਸੂਰਜ ਆ ਦਿਨ ਨੂੰ ਚਮਕਦਾ ਹੈ, ਚੰਦਰਮਾ ਰਾਤ ਨੂੰ ਚਮਕਦਾ ਹੈ। ਜਿਹੜਾ ਰਾਜਾ ਆ ਜਦੋਂ ਆਪਣੇ ਆਭੂਸ਼ਣਾਂ ਦੇ ਨਾਲ ਲੱਦਿਆ ਹੁੰਦਾ ਆ ਤੇ ਉਦੋਂ ਚਮਕਦਾ ਹੈ। ਤੇ ਇੱਕ ਭਿੱਖੂ ਜਿਹੜਾ ਜਦੋਂ ਧਿਆਨ ਦੇ ਵਿੱਚ ਆਪਣੀ ਸਮਾਧੀ 'ਚ ਬੈਠਾ ਹੈ ਤੇ ਉਦੋਂ ਉਹਦੇ ਤੇ ਨੂਰ ਆਉਂਦਾ ਆ। ਲੇਕਿਨ ਜਿਹੜੇ ਬੁੱਧ ਆ ਉਹ ਦਿਨ ਰਾਤ ਆਪਣੇ ਤੇਜ ਦੇ ਨਾਲ ਚਮਕਦੇ ਆ। ਅੱਜ ਜਿਸ ਤਰ੍ਹਾਂ ਕਿ ਭੰਤੇ ਜੀ ਉਹਨਾਂ ਦੇ ਜਿਹੜੇ ਕੀਤੇ ਹੋਏ ਕਰਮ ਆ ਉਹ ਹਮੇਸ਼ਾ ਚਮਕਦੇ ਰਹਿਣਗੇ। तो प्रोग्राम समाप्त है। मैं गौतम रत्तू, नमो बुद्धाय, जय प्रबुद्ध भारत। गौतम रत्तू और मुल्क राज का बहुत बहुत धन्यवाद करता।